ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੌਜੂਦ ਨੇ। ਚਰਚਾ ਦਾ ਵਿਸ਼ਾ ਜਿਹੜਾ ਰਹੇਗਾ ਉਹ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਉੱਤੇ ਹੋਏਗਾ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸ਼ੁਕਰੀਆ ਜੀ। ਪ੍ਰੋਫੈਸਰ ਸਾਹਿਬ, ਸ਼ੁਰੂਆਤ ਇੱਥੋਂ ਹੀ ਕਰਨੀ ਆ ਕਿ ਗੱਲ ਬਦਲਾਅ ਦੀ ਹੁੰਦੀ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਅਗਲੀ ਸਰਕਾਰ ਆਏਗੀ, ਪਰ ਕਿਸੇ ਨੇ ਕਿਹਾ ਕਿ ਰਾਜ ਨਹੀਂ ਬਦਲਣਾ, ਇਹ ਰਾਜਨੀਤੀ ਬਦਲਣੀ ਹੈ। ਤੇ ਉਹੋ ਜਿਹਾ ਹੀ ਲੱਗ ਰਿਹਾ। ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਹੁਣ ਖੁਦਕੁਸ਼ੀਆਂ ਨਹੀਂ ਹੋਣਗੀਆਂ, ਹੁਣ ਕਰਜ਼ੇ ਨਹੀਂ ਚੜਨਗੇ, ਹੁਣ ਫਸਲਾਂ ਬਰਬਾਦ ਨਹੀਂ ਹੋਣਗੀਆਂ, ਹੁਣ ਮੌਕੇ ਦੇ ਉੱਤੇ ਮੁਆਵਜ਼ਾ ਮਿਲ ਜਾਇਆ ਕਰੇਗਾ। ਇਹ ਸਾਰਾ ਕੁਝ ਸੀ। ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਖੁਦਕੁਸ਼ੀਆਂ ਹੋ ਰਹੀਆਂ, ਕਣਕ ਦਾ ਝਾੜ ਘਟਿਆ ਜਾਂ ਕਿਸਾਨਾਂ ਦੇ ਕਰਜ਼ੇ, ਮਜ਼ਦੂਰਾਂ ਦੇ ਸਿਰ ਤੇ ਕਰਜ਼ੇ, ਉਹ ਆਰਥਿਕ ਤੰਗਹਾਲੀ ਦਾ ਜਿਹੜਾ ਸਾਹਮਣਾ ਕਰਦੇ ਨੇ, ਇਹ ਸਾਰਾ ਕੁਝ ਹੈ। ਇਹਦੇ ਬੜੇ ਪੱਖ ਨੇ ਜਿਨ੍ਹਾਂ ਉੱਤੇ ਮੈਂ ਇੱਕ ਇੱਕ ਕਰਕੇ ਸਵਾਲ ਜਿਹੜਾ ਕਰਾਂਗਾ। ਤੁਸੀਂ ਸ਼ੁਰੂਆਤ ਇੱਥੋਂ ਕਰੋ ਕਿ ਆਖਿਰਕਾਰ ਇਹ ਸਿਰਫ ਵਰਤਾਰਾ ਜਿਹੜਾ ਖੁਦਕੁਸ਼ੀਆਂ ਦਾ ਉਹ ਪੰਜਾਬ ਦੇ ਵਿੱਚ ਹੀ ਕਿਉਂ ਹੈ? ਨਹੀਂ, ਸ਼ਾਇਦ ਇਹ ਆਪਾਂ ਨੂੰ ਇਸ ਗੱਲ ਦੀ ਬਹੁਤਾ ਹੈ ਨਹੀਂਗਾ, ਪੰਜਾਬ 'ਚ ਨਹੀਂ ਹੈਗਾ ਇਹ ਵਰਤਾਰਾ। ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਆ ਜਿੱਥੇ 60ਵੇਂ ਦੇ ਅਖੀਰ ਦੇ ਵਿੱਚ, 70ਵੇਂ ਦੇ ਵਿੱਚ ਜਾਂ 80ਵੇਂ ਦੇ ਵਿੱਚ, ਜਿੱਥੇ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ। ਉਹਦੇ ਵਿੱਚ ਪੰਜਾਬ ਵੀ ਹੈਗਾ ਵਾ, ਉਹ 'ਚ ਮਹਾਰਾਸ਼ਟਰ ਵੀ ਹੈਗਾ, ਉਹ 'ਚ ਆਂਧਰਾ ਪ੍ਰਦੇਸ਼ ਵੀ ਹੈਗਾ, ਉਹ 'ਚ ਕਰਨਾਟਕਾ ਵੀ ਹੈਗਾ, ਉਹ 'ਚ ਕੋਸਟਲ ਏਰੀਆਜ਼ ਵੀ ਹੈਗੇ ਆ। ਤੋ ਇਸ ਕਰਕੇ ਇਹ ਜਿਹੜਾ ਖੁਦਕਸ਼ੀਆਂ ਵਾਲਾ, ਜੇ ਤੁਸੀਂ ਡਾਟਾ ਨੈਸ਼ਨਲ ਜਿਹੜਾ ਹੈਗਾ ਡਾਟਾ ਲੈ ਕੇ ਦੇਖ ਲਓ, ਤੁਹਾਨੂੰ ਦਿਖੂਗਾ ਕਿ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਖੁਦਕੁਸ਼ੀ ਹੋ ਰਹੀ ਆ, ਮਹਾਰਾਸ਼ਟਰ 'ਚ ਵੀ ਵੱਡੇ ਪੱਧਰ ਤੇ ਖੁਦਕੁਸ਼ੀ ਹੋ ਰਹੀ ਆ, ਪੰਜਾਬ ਦੇ ਵਿੱਚ ਵੀ ਖੁਦਕੁਸ਼ੀ ਹੋ ਰਹੀ ਆ। ਤੋ ਇਸ ਕਰਕੇ ਉਹਦੇ ਕਾਰਨ ਮੋਟੇ ਤੌਰ ਤੇ ਆ ਕਿ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਵਾ, ਇੱਕਦਮ ਲੋਕਾਂ ਦੀ ਜਿਹੜੀਆਂ ਆਰਥਿਕ ਹਾਲਤ ਵੀ ਬਦਲੀ ਆ, ਉਹਨਾਂ ਦੀਆਂ ਆਸ਼ਾਵਾਂ ਵੀ ਬਦਲੀਆਂ ਹੈਗੀਆਂ, ਉਹਨਾਂ ਦੀਆਂ ਜਿਹੜੀਆਂ ਰਹਿਣ ਸਹਿਣ ਦੇ ਵਿੱਚ ਵੀ ਤਬਦੀਲੀ ਆਈ ਆ, ਉਹਨਾਂ ਦੇ ਖਾਣ ਪੀਣ ਦੇ ਵਿੱਚ ਵੀ ਤਬਦੀਲੀ ਆਈ ਆ। ਪਰ ਬੜੇ ਦੁੱਖ ਦੀ ਗੱਲ ਹੈਗੀ ਆ ਕਿ ਇਹ ਜਿਹੜਾ ਗ੍ਰੀਨ ਰੈਵੋਲੂਸ਼ਨ ਆਇਆ ਸੀਗਾ, ਇਹ ਫਸਟ ਸਟੇਜ ਗ੍ਰੀਨ ਰੈਵੋਲੂਸ਼ਨ ਸੀ। ਇਹਨੂੰ ਸੈਕੰਡ ਸਟੇਜ ਜਾਂ ਥਰਡ ਸਟੇਜ ਗ੍ਰੀਨ ਰੈਵੋਲੂਸ਼ਨ ਜਾਂ ਇਸੇ ਗ੍ਰੀਨ ਰੈਵੋਲੂਸ਼ਨ ਨੂੰ ਚੱਲਦਾ ਰੱਖਣ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਸੀਗੀ। ਖਾਸ ਕਰਕੇ ਇਸ ਐਗਰੀਕਲਚਰ ਡਿਵੈਲਪਮੈਂਟ ਤੋਂ ਬਾਅਦ ਜਾਂ ਗਰੋਥ ਤੋਂ ਬਾਅਦ, ਡਿਵੈਲਪਮੈਂਟ ਤਾਂ ਨਹੀਂ ਮੈਂ ਕਹੂੰਗਾ, ਗਰੋਥ ਤੋਂ ਬਾਅਦ ਇਹਦੀ ਜਿਹੜੀ ਡਿਵਰਸੀਫਿਕੇਸ਼ਨ ਹੋਣੀ ਬਹੁਤ ਜ਼ਰੂਰੀ ਸੀਗੀ। ਐਗਰੋ ਬੇਸਡ ਇੰਡਸਟਰੀ ਲੱਗਣੀ ਬਹੁਤ ਜ਼ਰੂਰੀ ਸੀਗੀ। ਉਹਦੇ ਨਾਲ ਫਿਰ ਤੁਹਾਡਾ ਐਜੂਕੇਸ਼ਨ ਦਾ ਲੈਵਲ ਵਧਾਉਣਾ ਬਹੁਤ ਜ਼ਰੂਰੀ ਸੀਗਾ। ਜਿਹੜੀਆਂ ਸਾਡੀਆਂ ਰਿਸਰਚ ਇੰਸਟੀਟਿਊਟਸ ਹੈਗੇ ਸੀਗੇ, ਉਹਨਾਂ ਨੂੰ ਸਟਰੈਂਥਨ ਕਰਨਾ ਬਹੁਤ ਜ਼ਰੂਰੀ ਸੀ। ਖਾਸ ਕਰਕੇ ਜਿਹੜਾ ਰੋਲ ਐਗਰੀਕਲਚਰ ਯੂਨੀਵਰਸਿਟੀ ਦਾ ਉਸ ਸਮੇਂ ਦੇ ਵਿੱਚ ਰਿਹਾ ਸੀਗਾ, ਜਿਸ ਕਿਸਮ ਦੇ ਰਿਸੋਰਸਿਸ ਪ੍ਰੋਵਾਈਡ ਕੀਤੇ ਸੀਗੇ, ਉਹਨੂੰ ਲੰਮਾ ਸਮਾਂ ਨਹੀਂ ਦਿੱਤੇ ਗਏ। ਔਰ ਪੰਜਾਬ ਦੀ ਤਰਾਸਦੀ ਇੱਕ ਹੈਗੀ ਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗ੍ਰੀਨ ਰੈਵੋਲੂਸ਼ਨ ਜਿਹੜਾ ਉਹਦੀ ਗਰੋਥ ਹਜੇ ਪੀਕ ਦੇ ਉੱਤੇ ਸੀ, ਚੱਲ ਰਹੀ ਸੀਗੀ। 78 ਤੋਂ ਬਾਅਦ 15 ਸਾਲ ਤੱਕ ਬੜਾ ਇੱਕ ਦੁਖਦਾਈ ਤੇ ਬੜਾ ਭਿਅੰਕਰ ਕਿਸਮ ਦਾ ਦੌਰ ਜਿਹੜਾ ਵਾ ਉਹ ਸ਼ੁਰੂ ਹੋ ਗਿਆ, ਜਿਹਦੇ ਨਾਲ ਸਾਡੀਆਂ ਜਿਹੜੀਆਂ ਇਹ ਸੰਸਥਾਵਾਂ ਸੀਗੀਆਂ, ਜਿਹਦੇ ਵਿੱਚ ਸਾਡੀਆਂ ਵਿਦਿਅਕ ਸੰਸਥਾਵਾਂ ਸੀਗੀਆਂ, ਜਿਹਦੇ ਵਿੱਚ ਸਾਡੀਆਂ ਕੋਆਪਰੇਟਿਵ ਸੁਸਾਇਟੀ ਸੀਗੀਆਂ, ਜਿਹਦੇ ਵਿੱਚੋਂ ਸਾਡੀਆਂ ਖਾਸ ਕਰਕੇ ਪੰਚਾਇਤੀ ਰਾਜ ਸਿਸਟਮ ਸੀਗਾ, ਜਾਂ ਜਿਹਦੇ ਵਿੱਚ ਸਰਕਾਰਾਂ ਦਾ ਧਿਆਨ ਇਸ ਗਰੋਥ ਨੂੰ ਹੋਰ ਅੱਗੇ ਲਿਜਾਣਾ ਸੀਗਾ ਜਾਂ ਉਹਦੀ ਇੰਡਸਟਰੀਲਾਈਜੇਸ਼ਨ ਕਰਨੀ ਸੀਗੀ, ਉਹ ਨਹੀਂ ਹੋ ਸਕਿਆ। ਔਰ ਉਹ ਨਾ ਹੋਣ ਕਰਕੇ, ਕਿਉਂਕਿ ਗ੍ਰੀਨ ਰੈਵੋਲੂਸ਼ਨ ਜਿਹੜਾ ਹੈਗਾ 80ਵੇਂ ਦਹਾਕੇ ਤੱਕ ਠੀਕ ਚੱਲਦਾ ਰਿਹਾ, 80ਵੇਂ ਦੇ ਅੱਧ 'ਚ ਆ ਕੇ ਥੋੜ੍ਹਾ ਜਿਹਾ ਲੱਗਣ ਲੱਗਾ ਵੀ ਇਹਦੇ ਵਿੱਚ ਖੜੋਤ ਆ ਗਈ ਆ। ਤੋ ਕਿਉਂਕਿ ਉਹ ਜਿਹੜੀ ਹੈਗਾ ਸੀ ਗ੍ਰੀਨ ਰੈਵੋਲੂਸ਼ਨ, ਕੋਈ ਵੀ ਜਿਹੜੀ ਚੀਜ਼ ਹੁੰਦੀ ਆ ਉਹ ਲੰਮਾ ਸਮਾਂ ਨਹੀਂ ਚੱਲ ਸਕਦੀ ਜੇ ਉਹਦੇ ਵਿੱਚ ਤਬਦੀਲੀ ਨਾ ਲਿਆਂਦੀ ਜਾਵੇ। ਇਹ ਕੁਦਰਤ ਦਾ ਇੱਕ ਬਹੁਤ ਹੀ ਜਿਹੜਾ ਅਟਲ ਨਿਯਮ ਹੈਗਾ ਵੀ ਤਬਦੀਲੀ ਜਿਹੜੀ ਉਹ ਹੋਣੀ ਚਾਹੀਦੀ ਹੈ, ਉਹ ਤਬਦੀਲੀ ਨਹੀਂ ਹੋ ਸਕੀ। ਤੇ ਉਹਦੇ ਨਾਲ ਕੀ ਹੋਇਆ ਕਿ ਅਸੀਂ ਉਸੇ ਮਾਡਲ ਦੇ ਨਾਲ, ਉਸੇ ਢਾਂਚੇ ਦੇ ਨਾਲ ਚੱਲਦੇ ਰਹੇ। ਔਰ ਜਿਹੜੀ ਜ਼ਮੀਨ ਸਾਡੀ ਸੀਗੀ, ਜਿਹੜੀ ਉਹਦੀ ਪ੍ਰੋਡਕਸ਼ਨ 70s ਦੇ ਵਿੱਚ ਹੁੰਦੀ ਸੀ, 80s ਦੇ ਵਿੱਚ ਹੁੰਦੀ ਸੀਗੀ, ਉਹ ਹੌਲੀ ਹੌਲੀ ਘਟਣੀ ਸ਼ੁਰੂ ਹੋ ਗਈ। ਉਹ ਪ੍ਰੋਡਕਸ਼ਨ ਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਖਰਚਾ ਜ਼ਿਆਦਾ ਕਰਨਾ ਪੈ ਗਿਆ। ਤੇ ਹੋਇਆ ਕੀ ਉਹਦੇ ਵਿੱਚੋਂ ਕਿ ਤੁਹਾਡਾ ਖਰਚਾ ਵੱਧਦਾ ਗਿਆ, ਪ੍ਰੋਡਕਸ਼ਨ ਘਟਦੀ ਗਈ, ਹੋਰ ਕੋਈ ਸਾਧਨ ਨਾ ਬੜੇ, ਇੰਪਲਾਇਮੈਂਟ ਜਿਹੜੀ ਹੈਗੀ ਜਨਰੇਟ ਨਹੀਂ ਹੋਈ, ਐਗਰੋ ਬੇਸਡ ਇੰਡਸਟਰੀ ਨਹੀਂ ਲੱਗੀ। ਅਸੀਂ ਕਣਕ ਝੋਨਾ ਪੈਦਾ ਕਰਕੇ ਸੈਂਟਰ ਪੂਲ ਨੂੰ ਦੇ ਰਹੇ ਹਾਂ, ਅਸੀਂ ਹੋਰ ਫਸਲਾਂ ਪੈਦਾ ਕਰਕੇ ਉਹਨਾਂ ਨੂੰ ਦੇ ਰਹੇ ਹਾਂ, ਸਾਡੇ ਆਪਣੇ ਕੋਈ ਇੰਡਸਟਰੀ ਨਹੀਂ, ਉਹਦੇ ਵਿੱਚ ਕੋਈ ਵੈਲਿਊ ਐਡਿਡ ਸਿਸਟਮ ਨਹੀਂ ਹੈ। ਤਾਂ ਵੈਲਿਊ ਐਡਿਡ ਸਿਸਟਮ ਨਾ ਹੋਣ ਕਰਕੇ ਕਿਸਾਨਾਂ ਨੂੰ ਲਾਹੇਵੰਦ ਮੁੱਲ ਜਿਹੜਾ ਨਹੀਂ ਮਿਲਿਆ। ਦੂਸਰਾ ਇਹ ਹੋਇਆ ਕਿ 90 ਦੇ ਦਹਾਕੇ 'ਚ ਆਣ ਕੇ, ਜਾਂ ਜਿਹੜੀ ਨਵੀਂ ਸਦੀ ਜਿਹੜੀ ਆਪਣੀ ਹੋਣ ਵਾਲੀ ਸਦੀ ਹੈ 'ਚ ਆਣ ਕੇ, ਹੋਰਨਾਂ ਸਟੇਟਾਂ ਦੇ ਵਿੱਚ ਵੀ ਐਗਰੀਕਲਚਰ ਪ੍ਰੋਡਕਸ਼ਨ ਖਾਸ ਕਰਕੇ ਜਿਹੜੀ ਵੀਟ ਸੀਗੀ ਜਾਂ ਸ਼ੂਗਰ ਕੇਨ ਸੀਗਾ ਜਾਂ ਰਾਈਸ ਸੀਗਾ ਜਾਂ ਕਾਟਨ ਸੀਗਾ, ਕਿਉਂਕਿ ਉੱਥੇ ਵੀ ਬਹੁਤ ਹੌਲੀ ਹੌਲੀ ਐਗਰੀਕਲਚਰ ਦੇ ਵਿੱਚ ਗਰੋਥ ਹੋਈ ਆ ਤੇ ਉਹਦੇ ਨਾਲ ਵੱਧ ਗਿਆ। ਤਾਂ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਡਿਮਾਂਡ ਹੁੰਦੀ ਸੀਗੀ, ਉਹ ਜਿਹੜੀ ਉਹ ਘਟ ਗਈ। ਤੇ ਇਹਦੇ ਨਾਲ ਇਸ ਤਰੀਕੇ ਦੇ ਬਹੁਤ ਸਾਰੇ ਹੋਰ ਕਾਰਨ ਹੈਗੇ ਆ। ਮੈਂ ਇਹ ਨਹੀਂ ਕਹਿੰਦਾ ਕਿ ਇਹ ਜਿਹੜੇ ਕਾਰਨ ਹੈਗੇ ਆ, ਇਹਦੀ ਵਜ੍ਹਾ ਕਰਕੇ ਜਿਹੜਾ ਹੁਣ ਹਾਲਾਤ ਅਸੀਂ ਦੇਖ ਰਹੇ ਹਾਂ ਵੀ ਕਿਸ ਅਸੀਂ ਮੋੜ ਤੇ ਪਹੁੰਚ ਗਏ ਆ। ਸੁਖਵਿੰਦਰ ਜੀ, ਕੋਈ ਬੰਦਾ
ਸੁਇਸਾਈਡ ਨਹੀਂ ਕਰਨਾ ਚਾਹੁੰਦਾ। ਆਪਾਂ ਦੇਖਿਆ ਕਿ ਬਿਮਾਰ ਹੁੰਦੇ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਜ਼ਖਮੀ ਹੁੰਦੇ ਆ, ਜਾਂ ਉਹਨੂੰ ਕਈ ਕਈ ਬੜੀ ਵੈਸੇ ਭਾਸ਼ਾ ਤਾਂ ਠੀਕ ਨਹੀਂ ਆ, ਲੂਲੇ ਲੰਗੜੇ ਵੀ ਹੁੰਦੇ ਆ, ਅਪਾਹਜ ਹੁੰਦੇ ਆ, ਬੇਸਹਾਰਾ ਹੁੰਦੇ, ਉਹ ਸੁਇਸਾਈਡ ਨਹੀਂ ਕਰਨਾ ਚਾਹੁੰਦੇ। ਤੇ ਜਦੋਂ ਕਿਸਾਨ ਚੰਗਾ ਭਲਾ ਵਿਅਕਤੀ ਜਦੋਂ ਫਾਇਆ ਲਾਉਂਦਾ ਵਾ 30 ਸਾਲ ਦਾ, 35 ਸਾਲ ਦਾ, 25 ਸਾਲ ਦਾ, ਔਰ ਇਹ ਉਹ ਕਿਸਾਨ ਹੈਗੇ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਜਿਹੜਾ ਹੈਗਾ ਸੀਗਾ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਆ, ਉਹ ਤੋਂ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜੇ ਉਸ ਸਮੇਂ ਦੇ ਜ਼ਾਲਮ ਹਾਕਮ ਸੀ ਉਹਨਾਂ ਦੇ ਖਿਲਾਫ ਲੜਦੇ ਰਹੇ ਆ। ਹੁਣ ਵੀ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਕਿ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਦੇ ਖਿਲਾਫ ਇਹ ਬਹੁਤ ਡਟੇ ਪਏ ਆ। ਸੋ ਮੇਰਾ ਖਿਆਲ ਹੈ ਵੀ ਖੁਦਕਸ਼ੀਆਂ ਦਾ, ਕਿਉਂਕਿ 3 ਯੂਨੀਵਰਸਿਟੀਜ਼ ਨੇ ਜਿਹੜਾ ਖੁਦਕਸ਼ੀ ਦੀ ਸਟੱਡੀ ਕੀਤੀ ਆ, ਉਹਨਾਂ ਦੇ ਮਾਹਰਾਂ ਨੇ ਕੀਤੀ ਆ, ਗੁਰੂ ਨਾਨਕ ਵਾਲਿਆਂ ਨੇ ਕੀਤੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਕੀਤੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਆ। ਉਹਦੇ ਵਿੱਚ ਉਹਨਾਂ ਦੀ ਜਿਹੜੀ ਖਾਸ ਕਰਕੇ ਇਹ ਜਿਹੜੀ ਉਹ ਸਟੱਡੀ ਹੋਈ ਆ, ਉਹਦੇ ਕਾਰਨਾਂ ਦੇ ਵਿੱਚ ਜਾਣ ਦੀ ਲੋੜ ਹੈਗੀ ਆ ਕਿ ਸਿਰਫ ਉਹੀ ਨਹੀਂ ਜਿਹੜਾ ਆਮ ਤੌਰ ਤੇ ਸੁਣੀ ਜਾਂਦਾ ਵੀ ਉਹ ਖਰਚਾ ਬਹੁਤ ਕਰ ਦਿੰਦੇ ਆ ਜਾਂ ਹੋਰ ਬਹੁਤ ਕੁਝ ਹੋ ਜਾਂਦਾ ਵਾ ਤੇ ਜਿਹਦੀ ਵਜ੍ਹਾ ਕਰਕੇ ਉਹਨਾਂ ਨੂੰ ਖੁਦਕਸ਼ੀ ਕਰਨੀ ਚਾਹੁੰਦੀ ਆ। ਬੇਸਿਕਲੀ ਇਹ ਹੋਪਲੈਸਨੈਸ, ਇਹ ਹੈਲਪਲੈਸਨੈਸ ਆ, ਔਰ ਇਹ ਹੋਪਲੈਸਨੈਸ ਤੇ ਹੈਲਪਲੈਸ ਸਿਸਟਮ ਨੇ ਪੈਦਾ ਕੀਤੀ। ਠੀਕ ਆ, ਅਸੀਂ ਜ਼ਿੰਮੇਵਾਰ ਹੈਗੇ। ਸਿਸਟਮ ਕੀ ਆ? ਸਿਸਟਮ ਕੋਈ ਜਿਹੜਾ ਉਹਦੇ ਵਿੱਚ ਲੋਕ ਹੁੰਦੇ ਜ਼ਿਆਦਾ ਇੰਪੋਰਟੈਂਟ। ਸਿਰਫ ਲੈਜਿਸਲੇਚਰ, ਐਗਜ਼ੈਕਟਿਵ, ਜੁਡੀਸ਼ਰੀ, ਪੰਚਾਇਤਾਂ ਕੀ ਹੈਗਾ, ਹਸਪੀਟਲ ਕੀ ਹੈਗਾ, ਬਿਲਡਿੰਗਾਂ ਨਹੀਂ ਹੈ। ਉਹਦੇ ਵਿੱਚ ਵਿਅਕਤੀ ਜਿਹੜੇ ਜ਼ਿੰਮੇਵਾਰ ਵਿਅਕਤੀ ਆ, ਉਹ ਤੁਸੀਂ ਹੋ ਸਕਦੇ ਆ, ਉਹ ਮੈਂ ਹੋ ਸਕਦਾ, ਉਹ ਵੋਟਰ ਹੋ ਸਕਦੇ ਆ, ਉਹ ਹਾਕਮ ਹੋ ਸਕਦੇ ਆ, ਉਹ ਰਾਜਨੀਤੀਵਾਨ ਹੋ ਸਕਦੇ ਆ, ਉਹ ਬਿਊਰੋਕ੍ਰੇਸੀ ਹੋ ਸਕਦੀ ਆ, ਉਹ ਵਪਾਰੀ ਹੋ ਸਕਦੇ ਆ। ਸਾਰੇ ਅਸੀਂ ਉਹਦੇ ਵਿੱਚ ਜ਼ਿੰਮੇਵਾਰ ਹੈਗੇ। ਪਰ ਬੜੇ ਦੁੱਖ ਦੀ ਗੱਲ ਹੁੰਦੀ ਆ ਕਿ ਸਾਰੇ ਦਾ ਸਾਰਾ ਠੀਕਰਾ ਵਰਤਾਰਾ ਜਿਹੜਾ ਉਹ ਕਿਸਾਨ ਦੇ ਸਿਰ ਦੇ ਉੱਤੇ ਜਿਹੜਾ ਵਾ ਉਹ ਭੰਨ ਦਿੱਤਾ ਜਾਂਦਾ ਵਾ ਕਿ ਸ਼ਾਇਦ ਉਹੀ ਜ਼ਿੰਮੇਵਾਰ ਹੈਗੀ ਹੈ ਸਾਰੀ ਵਿਵਸਥਾ ਦੇ ਵਿੱਚ, ਜਿਨ੍ਹਾਂ ਵਿੱਚ ਆਣ ਕੇ ਉਹਨਾਂ ਨੂੰ ਸੁਇਸਾਈਡ ਕਰਨਾ ਪੈਂਦਾ। ਮੈਂ ਸਿਸਟਮ ਦੇ ਉੱਤੇ ਅਖੀਰ ਵਿੱਚ ਫਿਰ ਸਵਾਲ ਪੁੱਛਾਂਗਾ, ਪਰ ਇੱਥੇ ਇੱਕ ਸਵਾਲ ਜਿਹੜੀ ਮੈਂ ਜ਼ਿਕਰ ਤੁਹਾਡੇ ਨਾਲ ਆਫ ਦੀ ਰਿਕਾਰਡ ਵੀ ਕਰ ਰਿਹਾ ਸੀ ਕਿ ਇੱਕ ਵੀਡੀਓ ਇੱਕ ਮਜ਼ਦੂਰ ਦੀ ਵਾਇਰਲ ਹੁੰਦੀ ਹੈ, ਉਹਦੇ ਵਿੱਚੋਂ ਕਹਿੰਦਾ ਕਿ 4-4 ਏਕੜ 4 ਕਿੱਲੇ ਜਿਹੜੀ ਜ਼ਮੀਨ ਹੈ ਉਹ ਸਾਨੂੰ ਦੇ ਦਿਓ ਤੇ ਸਾਡੀਆਂ ਜਿੰਨੀਆਂ ਸਹੂਲਤਾਂ ਨੇ ਉਹ ਇਹਨਾਂ ਕਿਸਾਨਾਂ ਨੂੰ ਦੇ ਦਿਓ ਜਿਹੜੇ ਖੁਦਕੁਸ਼ੀਆਂ ਕਰਨ ਦੇ ਰਾਹ ਪੈਂਦੇ ਨੇ। ਮਤਲਬ ਉਹ ਕਹਿੰਦੇ ਕਿ ਇਹ ਆਪ ਕਰਜ਼ੇ ਚੁੱਕਦੇ ਨੇ। ਇਸ ਤਰ੍ਹਾਂ ਕਿਹਾ ਜਾਂਦਾ ਕਿ ਇਹਨਾਂ ਦੀਆਂ ਜਿਹੜੀਆਂ ਜਿਵੇਂ ਲੈਂਡ ਰਿਫਾਰਮਿੰਗ ਐਕਟ ਦੀ ਵੀ ਗੱਲ ਹੋਈ ਸੀ ਪਿੱਛੇ ਜੀ, ਉਹਨੂੰ ਲੈ ਕੇ ਵੀ ਕਾਫੀ ਵਿਰੋਧਤਾ ਮਜ਼ਦੂਰਾਂ ਨੇ ਕਿਹਾ ਕਿ ਸਾਡੇ ਹੱਕ ਵਿੱਚ ਫੈਸਲਾ ਦਿਓ। ਸਰਕਾਰਾਂ ਕਹਿੰਦੀਆਂ ਕਿ ਨਹੀਂ, ਇਸ ਪਾਸੇ ਨੂੰ ਹੱਥ ਨਹੀਂ ਪਾਇਆ ਜਾ ਸਕਦਾ ਹੁਣ ਦੀ ਘੜੀ। ਪਰ ਵਾਰ-ਵਾਰ ਇਹ ਕਿਸਾਨੀ ਦੇ ਸਿਰ ਤੇ ਕਿਉਂ? ਮਜ਼ਦੂਰ ਵੀ ਖੁਦਕੁਸ਼ੀਆਂ ਕਰਦੇ ਨੇ, ਉਹਨਾਂ ਦੇ ਆਪਣੇ ਮਸਲੇ ਹੋ ਸਕਦੇ ਨੇ। ਉਹਨਾਂ ਦਾ ਕਹਿੰਦੇ ਨਿੱਕਾ ਮੋਟਾ ਕਰਜ਼ਾ ਜਾਂ ਫਿਰ ਕਹਿ ਲਓ ਕਿ ਜੋ ਕੁਝ ਪਿੰਡਾਂ ਦੇ ਵਿੱਚ ਚੱਲਦਾ ਆ, ਇਹ ਸਭ ਨੂੰ ਪਤਾ ਹੀ ਆ। ਮੇਰੇ ਖਿਆਲ ਇਹ ਸਮਾਜਿਕ ਵਰਤਾਰਾ ਹੈ। ਇਹ ਉਹੀ ਗੱਲ ਹੈਗੀ ਆ ਕਿ ਅਸੀਂ ਸਾਡੇ ਜਿਹੜਾ ਗ੍ਰੀਨ ਰੈਵੋਲੂਸ਼ਨ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ। ਇਸ ਦੇਸ਼ ਦੀ ਜਿਹੜੀ ਰਾਜਨੀਤਿਕ ਸਥਿਰਤਾ ਹੈਗੀ ਆ, ਪੋਲੀਟੀਕਲ ਸਟੇਬਿਲਿਟੀ ਹੈ, ਆਪਾਂ ਸਾਰੇ ਇਕਨੋਮਿਕ ਸਟੇਬਿਲਿਟੀ ਦੀ ਗੱਲ ਕਰਦੇ ਆ, ਪਰ ਮੈਂ ਇੱਥੇ ਗੱਲ ਕਰੂੰਗਾ ਕਿ ਜਿਹੜੀ ਰਾਜਨੀਤਿਕ ਸਥਿਰਤਾ ਹੈਗੀ ਆ ਉਹਨੂੰ ਪ੍ਰੋਵਾਈਡ ਕਰਨ ਦੇ ਵਿੱਚ ਕਿਸਾਨਾਂ ਦਾ, ਮਜ਼ਦੂਰਾਂ ਦਾ ਬਹੁਤ ਵੱਡਾ ਹੱਥ ਆ। ਇਸ ਦੇਸ਼ ਦੇ ਵਿੱਚ 1960s ਵਾਲਾ ਜਿਹੜਾ ਡੈਕਡ ਸੀਗੀ 13-14 ਸਾਲ ਬਾਅਦ ਆਜ਼ਾਦੀ ਤੋਂ ਬਾਅਦ, ਉਹ ਬਹੁਤ ਡੇਂਜਰਸ ਸੀਗੀ। ਔਰ ਇੱਕ ਅਮਰੀਕਨ ਸਾਇੰਟਿਸਟ ਹੈਗਾ, ਪੋਲੀਟੀਕਲ ਸਾਇੰਟਿਸਟ, ਉਹਨੇ ਕਿਤਾਬ ਲਿਖੀ ਸੀਗੀ ਇੰਡੀਆ ਦਾ ਮੋਸਟ ਡੇਂਜਰਸ ਡੈਕਡ। ਉਹਦੇ ਵਿੱਚ ਜਿਹੜੀ ਕਿਤਾਬ ਪੜ੍ਹੋ ਤੇ ਤੁਹਾਨੂੰ ਕਿਤਾਬ ਪੜ੍ਹਦਿਆਂ ਲੱਗਦਾ ਵਾ ਕਿ ਕਿਉਂਕਿ ਨਵੇਂ ਆਜ਼ਾਦ ਹੋਏ ਦੇਸ਼, ਬਹੁਤ ਸਾਰੇ ਦੇਸ਼ ਜਿਹੜੇ ਸੀਗੇ ਉਹ ਲੰਮਾ ਸਮਾਂ ਲੋਕਤੰਤਰ ਨੂੰ ਕਾਇਮ ਨਹੀਂ ਸੀ ਕਰ ਸਕੇ। ਔਰ ਜਿਸ ਕਿਸਮ ਦਾ ਸਾਡਾ ਲੋਕਤੰਤਰ ਸੀ, ਜਿਸ ਕਿਸਮ ਦੀ ਸਾਡੀ ਡਿਵਰਸਿਟੀ ਸੀਗੀ, ਜਿਸ ਕਿਸਮ ਦੀ ਸਾਡੀ ਭਿੰਨਤਾ ਸੀਗੀ, ਜਾਂ ਜਿਸ ਕਿਸਮ ਦੀਆਂ ਸਮੱਸਿਆ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਸੀਗੀਆਂ ਕਿ 62 ਦੇ ਵਿੱਚ ਚੀਨ ਨਾਲ ਲੜਾਈ ਹੋਈ ਸਾਡੀ, ਉਹਦੇ ਵਿੱਚ ਤੁਹਾਨੂੰ ਪਤਾ ਚੀਨ ਦੇ ਨਾਲ ਅਸੀਂ ਕਿਸ ਕਿਸਮ ਦਾ ਉਹਨਾਂ ਨੇ ਸਾਡੇ ਦੇ ਉੱਤੇ ਜਿਹੜਾ ਸਾਡਾ ਏਰੀਆ ਮੱਲਿਆ। ਨਹਿਰੂ ਸਾਹਿਬ ਦੀ ਡੈਥ ਹੋ ਗਈ, ਨਹਿਰੂ ਤੋਂ ਬਾਅਦ ਮੁੜ ਕੇ ਪਾਕਿਸਤਾਨ ਨਾਲ ਲੜਾਈ ਹੋ ਗਈ, ਲਾਲ ਬਹਾਦਰ ਸ਼ਾਸਤਰੀ ਸਾਹਿਬ ਦੀ ਡੈਥ ਹੋ ਗਈ, ਸੀਰੀਅਸ ਡਰਾਟ ਆ ਗਏ, PL 480 ਸੀਗਾ, ਇਹੀ ਠੂਠਾ ਲੈ ਕੇ ਅਮਰੀਕਾ ਦੇ ਕੋਲੋਂ ਜਿਹੜਾ ਹੈਗਾ ਸੀ ਰਾਸ਼ਨ ਮੰਗਣ ਗਏ ਸੀਗੇ, ਕਾਂਗਰਸ ਵੀਕ ਹੋ ਗਈ, ਬਹੁਤ ਚੀਜ਼ਾਂ ਸੀ ਉਹਦੇ ਵਿੱਚੋਂ। ਤੇ ਉਹਦਾ ਅੰਦਾਜ਼ਾ ਇਹ ਸੀਗਾ ਵੀ ਹੁਣ ਇੱਥੇ ਲੋਕਤੰਤਰ ਲਈ ਜਾਂ ਸਾਰੇ ਦੇਸ਼ ਨੂੰ ਇਸ ਤਰੀਕੇ ਨਾਲ ਇਕੱਠਿਆ ਰੱਖਣਾ ਜਿਹੜਾ ਹੈਗਾ ਉਹ ਕਾਫੀ ਜਿਹੜਾ ਉਹਦੇ ਵਿੱਚ ਸਮੱਸਿਆ ਹੋ ਸਕਦੀ ਉਹਦੇ ਵਿੱਚੋਂ ਕਿ ਇਹ ਜਿਹੜਾ ਸੀ। ਅਸਲ 'ਚ ਕਾਰਨ ਇਹ ਹੈਗਾ ਕਿ ਸ਼ੁਰੂ ਦੇ ਉੱਤੋਂ ਹੀ ਸਰਕਾਰ ਕਹਿੰਦੀ ਕੁਛ ਰਹੀ, ਕਰਦੀ ਕੁਛ ਰਹੀ। ਲੈਂਡ ਰਿਫਾਰਮ ਇੱਕ ਬਹੁਤ ਵੱਡਾ ਏਜੰਡਾ ਸੀਗਾ, ਕਿਉਂਕਿ ਜਦੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਵੀ ਕਿਸਾਨਾਂ ਨੇ, ਕਿਰਤੀਆਂ ਨੇ ਜਾਂ ਹੋਰ ਲੋਕਾਂ ਨੇ ਹਿੱਸਾ ਪਾਇਆ ਸੀਗਾ, ਉਹਨਾਂ ਨੂੰ ਇਹ ਆਸ ਸੀਗੀ, ਕਿਉਂਕਿ ਉਦੋਂ ਜ਼ਿਮੀਂਦਾਰਾ ਸਿਸਟਮ ਸੀਗਾ, ਉਦੋਂ ਰਾਜਾਸ਼ਾਹੀ ਸਿਸਟਮ ਸੀਗਾ। ਉਹਨਾਂ ਦੀ ਦੋ ਧਿਰੀ ਲੜਾਈ ਸੀ, ਇੱਕ ਤੋਂ ਰਾਜਾ ਜ਼ਿਮੀਂਦਾਰਾਂ ਦੇ ਨਾਲ ਲੜਦੇ ਸੀਗੇ, ਇੱਕ ਉਹਨਾਂ ਨੂੰ ਸਰਕਾਰ ਨਾਲ ਲੜਨਾ ਪੈ ਰਿਹਾ ਸੀਗਾ। ਉਹਨਾਂ ਨੂੰ ਇਹ ਆਸ ਸੀਗੀ ਕਿ ਜਦੋਂ ਇਹ ਦੇਸ਼ ਆਜ਼ਾਦ ਹੋਊਗਾ ਤੇ ਜ਼ਮੀਨ ਦੀ ਜਿਹੜੀ ਹੈਗੀ ਆ
ਜਿਹੜੀ ਕਾਣੀ ਵੰਡ ਹੋਈ ਆ ਇਤਿਹਾਸਕ ਤੌਰ ਦੇ ਉੱਤੇ, ਉਹ ਸਾਵੀਂ ਵੰਡ ਹੋਊਗੀ। ਹਾਂ ਠੀਕ ਆ, ਕਾਗਜ਼ਾਂ ਦੇ ਵਿੱਚ ਲੈਂਡ ਫਾਰਮ ਦੀ ਗੱਲ ਬਣੀ, ਬੜੇ ਜ਼ੋਰ ਸ਼ੋਰ ਦੇ ਨਾਲ ਲੈਂਡ ਫਾਰਮ ਦੀ ਗੱਲ ਕੀਤੀ ਗਈ ਆ, ਪਰ ਹੋਇਆ ਕੀ ਕਿ ਲੈਂਡ ਫਾਰਮ ਜਿਹੜੇ ਸੀਗੇ ਉਹ ਹੋ ਨਹੀਂ ਸਕੇ। ਉਹਦੇ ਪਿੱਛੇ ਇੱਕ ਤਾਂ ਕਾਰਨ ਹੋ ਸਕਦਾ ਵੀ ਨਾ ਤਾਂ ਵਿਹਲੀ ਸੀਗੀ, ਕਿਉਂਕਿ ਸਾਡੇ ਜਿਹੜਾ ਰਾਜ ਭਾਗ ਫਿਰ ਰਾਜੇ ਮਹਾਰਾਜਾ ਦੇ ਕੋਲ ਹੀ ਆ ਗਿਆ। ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸੀਗੇ, ਜਿਹੜੇ ਸਾਡੇ ਮੰਤਰੀ ਸੀਗੇ, ਜਾਂ ਜਿਹੜੇ ਹੋਰ ਲੋਕ ਸੀ, ਉਹ ਜਿਹੜੇ ਜ਼ਿਮੀਦਾਰ ਸੀਗੇ। ਔਰ ਇਹਦੇ ਨਾਲ ਨਾਲ ਥੱਲਿਓਂ ਪ੍ਰੈਸ਼ਰ ਇੰਨਾ ਜ਼ਿਆਦਾ ਤਕੜਾ ਨਹੀਂ ਸੀਗਾ। ਜਿੱਥੇ ਕਿਤੇ ਵੀ ਲੈਫਟ ਮੂਵਮੈਂਟ ਸੀ, ਜਿੱਥੇ ਉਹਨਾਂ ਨੇ ਘੋਲ ਲੜਿਆ, ਜਿੱਦਾਂ ਤੁਹਾਡੇ ਇਲਾਕੇ ਦੇ ਵਿੱਚ ਪ੍ਰਜਾ ਮੰਡਲ ਮੂਵਮੈਂਟ ਦੇ ਵਿੱਚ ਕਿੰਨਾ ਵੱਡਾ ਘੋਲ ਲੜਿਆ, ਔਰ ਉਹਨਾਂ ਨੇ ਜਿਹੜਾ ਹੈਗਾ ਸੀ ਉਹ ਜ਼ਮੀਨ ਜਿਹੜੀ ਸੀ ਮੁਜ਼ਾਹਰਿਆਂ ਕੋਲ ਚਲੀ ਗਈ। ਜੰਮੂ ਕਸ਼ਮੀਰ ਦੇ ਵਿੱਚ ਲੈਂਡ ਫਾਰਮ ਹੋਇਆ, ਕਿਉਂਕਿ ਕਾਫੀ ਜ਼ਿਆਦਾ ਸਟਰਗਲ ਤੋਂ ਬਾਅਦ ਉਹਨਾਂ ਨੇ ਜਿਹੜੀ ਜ਼ਮੀਨ ਜਿਹੜੀ ਸੀ ਉਸ ਪਾਸੇ ਵੱਲ ਨੂੰ ਜਿਹੜੇ ਵਾਹੁੰਦੇ ਸੀ ਉਹਨਾਂ ਨੂੰ ਮਿਲ ਗਈ। ਬਹੁਤ ਲੰਮੇ ਸਮੇਂ ਬਾਅਦ ਵੈਸਟ ਬੰਗਾਲ ਦੇ ਵਿੱਚ ਹੋਇਆ, ਜਾਂ ਥੋੜਾ ਬਹੁਤਾ ਕੇਰਲਾ ਦੇ ਵਿੱਚ ਹੋਇਆ। ਪੰਜਾਬ ਦੇ ਵਿੱਚ ਇਹ ਤਾਂ ਸੀਗਾ ਕਿ ਜਦੋਂ ਡਿਵੀਜ਼ਨ ਕੰਟਰੀ ਦੀ ਹੋਈ ਆ, ਜਦੋਂ 47 ਦੇ ਵਿੱਚ, ਇਹ ਬਹੁਤ ਵੱਡੀਆਂ ਜ਼ਮੀਨਾਂ ਛੱਡ ਕੇ ਆਏ ਸੀ। ਜਦੋਂ ਇੱਥੇ ਆਏ ਆ ਉਦੋਂ ਉਹਨਾਂ ਨੂੰ ਜ਼ਮੀਨਾਂ ਘੱਟ ਮਿਲੀਆਂ ਵਾ। ਔਰ ਦੂਸਰਾ ਸੀਗਾ ਜ਼ਮੀਨ ਸਟੇਟ ਸਬਜੈਕਟ ਵਾ। ਸੈਂਟਰ ਨੇ ਜਾਂ ਤਾਂ ਇਨਫੋਰਸ ਕਰਦਾ ਕਿ ਤੁਸੀਂ ਇੰਨੇ ਸਮੇਂ ਦੇ ਵਿੱਚ ਲੈਂਡ ਫਾਰਮ ਲਾਗੂ ਕਰੋ। ਲੈਂਡ ਫਾਰਮ ਦੀਆਂ ਦੋ ਸਟੇਜਸ ਹੈਗੀਆਂ ਵਾ। ਇੱਕ ਜਦੋਂ ਦੇਸ਼ ਆਜ਼ਾਦ ਹੋਇਆ ਸੀਗਾ, ਇੱਕ ਇੰਦਰਾ ਗਾਂਧੀ ਵੇਲੇ ਆਣ ਕੇ ਜਿਹੜਾ ਸੈਕੰਡ ਸਟੇਜ ਆਫ ਜਿਹੜੀ ਹੈਗੀ ਸੀ ਲੈਂਡ ਫਾਰਮ ਦੀ ਗੱਲ ਕੀਤੀ ਗਈ। ਤਾਂ ਲੈਂਡ ਫਾਰਮ ਕਿਸੇ ਸਿਰੇ ਲੱਗ ਨਹੀਂ ਸਕੇ। ਤਾਂ ਇਹਦਾ ਮੇਰੇ ਖਿਆਲ ਜਿਹੜੀ ਤੁਸੀਂ ਮਜ਼ਦੂਰ ਦੀ ਗੱਲ ਕੀਤੀ ਆ ਜਾਂ ਉਹਦੇ ਦਰਦ ਦੀ ਗੱਲ ਕੀਤੀ ਆ, ਉਹਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ, ਉਹਦਾ ਜਿਹੜੀ ਜੜ ਜਿਹੜੀ ਹੈਗੀ ਆ, ਉਹ ਜਿਹੜੀ ਫੇਲਿਅਰ ਆਫ ਲੈਂਡ ਫਾਰਮ ਜਿਹੜੀ ਆ ਉਹਦੇ ਵਿੱਚ ਪਈ ਆ। ਦੂਸਰੀ ਗੱਲ ਹੈ ਕਿ ਹੁਣ ਸਥਿਤੀ ਇਹ ਆ ਗਈ ਆ ਉਹਦੇ ਵਿੱਚੋਂ ਕਿ ਇਸ ਵੇਲੇ ਸ਼ਾਇਦ 85% ਕਿਸਾਨ ਜਿਹੜੇ ਦੇਸ਼ ਦੇ ਕਿਸਾਨ ਆ ਉਹ ਸੀਮਾਂਤ ਤੇ ਛੋਟੇ ਕਿਸਾਨ ਹੈਗੇ ਆ। ਜਿਹੜੀ ਖੇਤੀਬਾੜੀ ਦੀ ਜ਼ਮੀਨ ਉਹਨਾਂ ਦੇ ਕੋਲ ਹੈਗੀ ਆ, ਉਹ ਵੈਸੇ ਹੀ ਇੱਕ ਗੁੱਡ ਲਾਈਵਲੀਹੁੱਡ ਵਾਸਤੇ ਵਾਇਬਲ ਨਹੀਂ ਹੈਗੀ। ਸ਼ਾਇਦ ਵੱਡੇ ਜ਼ਿਮੀਂਦਾਰ ਜਗੀਰਦਾਰ ਹੈਗੇ ਆ, ਉਹਨਾਂ ਦੀ ਗਿਣਤੀ ਬਹੁਤ ਥੋੜੀ ਆ ਜਿਨ੍ਹਾਂ ਵੱਲ ਸ਼ਾਇਦ ਉਹਨਾਂ ਦਾ ਸਾਰਾ ਸੀ, ਕਿਉਂਕਿ ਪਿਛਲੀ ਚੰਨੀ ਸਰਕਾਰ ਵੇਲੇ ਵੀ ਇਹ ਗੱਲ ਚੰਨੀ ਸਾਹਿਬ ਨੇ ਸਟੇਟਮੈਂਟ ਦੇ ਦਿੱਤੀ ਸੀ ਕਿ ਹੁਣ ਅਸੀਂ ਇਸੇ ਜਿਹੜੇ ਲੈਂਡ ਫਾਰਮ ਦੀ ਗੱਲ ਕਰਾਂਗੇ। ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸੀਲਿੰਗ ਲਿਮਿਟ ਹੈਗੀ ਆ, ਹਰ ਸਟੇਟ ਦੀ ਆਪਣੀ ਆਪਣੀ ਸੀਲਿੰਗ ਲਿਮਿਟ ਸੀ, ਸ਼ਾਇਦ 17.5 ਏਕੜ ਹੈਗੇ ਆ। ਔਰ ਜਿਨ੍ਹਾਂ ਕੋਲ ਬਹੁਤ ਸਾਰੀ ਜ਼ਮੀਨ ਹੈਗੀ ਆ, ਕਿਉਂਕਿ ਲੈਂਡ ਫਾਰਮ ਦੇ ਵਿੱਚ ਬਹੁਤ ਸਾਰੀਆਂ ਐਗਜ਼ੈਂਪਸ਼ਨ ਸੀਗੀਆਂ। ਤੁਸੀਂ ਕੋਆਪਰੇਟਿਵ ਫਾਰਮ ਬਣਾ ਲਓ, ਤੁਸੀਂ ਉਹਦੇ ਵਿੱਚ ਹੋਰ ਬੇਨਾਮੀ ਜ਼ਮੀਨ ਜਿਹੜੀ ਹੈਗੀ ਹੋਰ ਲੋਕਾਂ ਦੇ ਨਾਂ ਤੇ ਲਾ ਲਓ, ਜਾਂ ਤੁਸੀਂ ਇੱਦਾਂ ਕਰੋ ਜਿਹੜੀਆਂ ਹੈਗੀਆਂ ਚਰਗਾਹਾਂ ਬਣਾ ਲਓ, ਜਾਂ ਤੁਸੀਂ ਉਹਨੂੰ ਔਰਚਰਡ ਡਿਕਲੇਅਰ ਕਰ ਲਓ। ਬੜਾ ਇਹ ਤੁਸੀਂ ਲੈਂਡ ਫਾਰਮ ਪੜ੍ਹੋਗੇ, ਉਹਦੇ ਵਿੱਚ ਬਹੁਤ ਹਾਸੋ ਹੋ ਜਾਣੀਆਂ ਗੱਲਾਂ ਵਾ ਕਿ ਚੰਗੀਆਂ ਭਲੀਆਂ ਜ਼ਮੀਨਾਂ ਨੂੰ ਲੋਕਾਂ ਨੇ ਕਹਿਤਾ ਜੀ ਇੱਥੇ ਜੰਗਲ ਹੈ, ਇਹ ਔਰਚਰਡ ਹੈ ਸਾਡਾ ਇਹਦੇ ਵਿੱਚ, ਜਾਂ ਅਸੀਂ ਇਹ ਗਊਸ਼ਾਲਾ ਬਣਾ ਦਿੱਤੀ ਆ, ਜਾਂ ਇਹਨੂੰ ਧਰਮਸ਼ਾਲਾ ਬਣਾ ਦਿੱਤਾ ਹੈ, ਜਾਂ ਅਸੀਂ ਚੈਰੀਟੇਬਲ ਟਰਸਟ ਬਣਾ ਦਿੱਤਾ ਹੈ, ਜਾਂ ਅਸੀਂ ਕੋਆਪਰੇਟਿਵ ਫਾਰਮਿੰਗ ਬਣਾ ਦਿੱਤੀ ਆ। ਸੋ ਮੇਰੇ ਖਿਆਲ ਇਹ ਸਵਾਲ ਬਹੁਤ ਵੱਡਾ ਹੈ ਜਿਹੜਾ ਉਹ ਕਹਿੰਦੇ ਆ ਕਿ ਲੈਂਡ ਫਾਰਮ। ਦੂਸਰਾ ਹੈ ਕਿ ਅਜੇ ਵੀ ਇਸ ਦੇਸ਼ ਦੇ ਵਿੱਚ ਜਿਹੜੇ ਖਾਸ ਕਰਕੇ ਲੈਂਡ ਫਾਰਮ ਨਾਲ ਸੰਬੰਧਿਤ ਕੇਸ ਜਿਹੜੇ ਆ ਸੁਪਰੀਮ ਕੋਰਟ ਦੇ ਵਿੱਚ ਤੇ ਹਾਈ ਕੋਰਟਾਂ 'ਚ ਪਏ ਆ। ਇਹ ਇੰਨਾ ਵੱਡਾ ਸਵਾਲ ਹੈ ਕਿ ਕਿਸੇ ਤਕੜੇ ਜ਼ਿਮੀਂਦਾਰ ਦੀ ਆਮ ਤੌਰ ਤੇ ਪਿੰਡਾਂ 'ਚ ਹੁੰਦੀ ਆ ਵੀ ਉਹ ਮਾੜੇ ਜ਼ਿਮੀਂਦਾਰ ਦੀ ਵੱਟ ਵਾਲੇ ਤੇ ਉਹ ਨਹੀਂ ਕਹਿੰਦਾ ਵੱਟ ਪਾਉਣ ਦਿੰਦਾ। ਤੇ ਇਹ ਜੇ ਹੁਣ ਆਪਾਂ ਇਹ ਸੋਚਿਆ ਜਾਵੇ, ਅਨਟਿਲ ਔਰ ਅਨਲੈਸ ਜਿਹੜੀਆਂ ਸਰਕਾਰਾਂ ਰਾਜ ਕਰਦੀਆਂ ਉਹਨਾਂ ਦੇ ਵਿੱਚ ਵਿਲ ਹੋਵੇ। ਪਰ ਤੁਸੀਂ ਗੱਲ ਕੀਤੀ ਆ ਵੀ ਇਹ ਨਵੀਂ ਸਰਕਾਰ ਆਈ ਆ, ਇਹਦੇ 'ਚ ਕਿੰਨੇ ਕੁ ਜਿਹੜੇ ਉਹ ਸਾਨੂੰ ਦਿਖਦੇ ਆ ਵੀ ਜਿਹੜੇ ਤਿਆਰ ਹੋਣਗੇ। ਦੂਸਰਾ ਇਹ ਕਿ ਸਟੇਟ ਜਿਹੜਾ ਸਾਡਾ ਹੈਗਾ ਵਾ ਸੈਂਟਰ ਦੇ ਨਾਲ ਜੁੜਿਆ ਹੋਇਆ ਹੈ। ਕੋਈ ਵੀ ਤੁਸੀਂ ਕਾਨੂੰਨ ਬਣਾ ਕੇ ਬਣਾਉਂਦੇ ਹੋ, ਗਵਰਨਰ ਸਾਹਿਬ ਕੋਲ ਜਾਂਦਾ, ਗਵਰਨਰ ਸਾਹਿਬ ਦੀ ਮਰਜ਼ੀ ਆ ਤੇ ਉਹ ਰਾਸ਼ਟਰਪਤੀ ਸਾਹਿਬ ਨੂੰ ਭੇਜ ਦੇਣ, ਰਾਸ਼ਟਰਪਤੀ ਸਾਹਿਬ ਦੀ ਮਰਜ਼ੀ ਆ ਕਿ ਉਹਦੇ ਉੱਤੇ ਬਿੱਲ ਤੇ ਅਸੈਂਟ ਦੇਣ ਜਾਂ ਨਾ ਦੇਣ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਬਹੁਤ ਗੁੰਝਲਦਾਰ ਮਸਲਾ ਹੈਗਾ, ਪਰ ਇਹ ਮਸਲਾ ਹੈ ਬਹੁਤ ਸੀਰੀਅਸ। ਜਿਹੜਾ ਦਰਦ ਹੈ ਮਜ਼ਦੂਰ ਦਾ ਦਰਦ ਹੈ ਜਾਂ ਕਿਸਾਨ ਦਾ ਦਰਦ ਹੈ। ਹਾਂ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਕਿਉਂਕਿ ਮੈਂ ਵੀਡੀਓ ਸੁਣੀ ਨਹੀਂ ਹੈ, ਜੋ ਇਸ ਤਰੀਕੇ ਦੀ ਗੱਲ ਕਰਦੇ ਹੋ ਤੇ ਉਹਦੇ ਨਾਲ ਤੇ ਸਮਾਜ ਦੇ ਵਿੱਚ ਹੋਰ ਕਈ ਕਿਸਮ ਦੀਆਂ ਗੁੰਝਲਾਂ, ਹੋਰ ਕਈ ਕਿਸਮ ਦੀਆਂ ਸਮੱਸਿਆ ਪੈਦਾ ਹੋ ਸਕਦੀਆਂ ਕਿ ਖਾਸ ਕਰਕੇ ਕੋਈ, ਕਿਉਂਕਿ ਕਿਸਾਨ ਜਥੇਬੰਦੀਆਂ ਇੱਕ ਸਾਂਝਾ ਮੁਹਾਜ਼ ਬਣਾਉਣ ਵਾਸਤੇ ਇਸ ਵੇਲੇ ਕੋਸ਼ਿਸ਼ ਕਰ ਰਹੀਆਂ ਵਾ ਕਿ ਕਿਸਾਨਾਂ ਦਾ, ਮਜ਼ਦੂਰਾਂ ਦਾ, ਛੋਟੇ ਕਿਸਾਨ ਦਾ। ਇਸ ਵੇਲੇ ਇੱਕ ਹੋਰ ਵੀ ਗੱਲ ਹੋ ਰਹੀ ਆ ਕਿ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਲੈਂਡਲੈਸ ਹੋ ਰਹੇ ਆ। ਉਹ ਮਤਲਬ ਲੈਂਡਲੋਰਡ ਹੈਗੇ ਵਿਦਆਊਟ ਲੈਂਡ, ਕਿਉਂਕਿ ਜ਼ਮੀਨ ਦਾ ਸਾਈਜ਼ ਇੰਨਾ ਘਟਦਾ ਜਾ ਰਿਹਾ ਹੈ। ਜ਼ਮੀਨ ਤੋਂ ਲੋਕੀ ਮਤਲਬ ਜਿਹੜਾ ਉੱਠ ਕੇ ਜਾ ਰਹੇ ਆ ਜਾਂ ਵੇਚ ਵੀ ਜਾ ਰਹੇ ਪੰਜਾਬ ਦੇ ਵਿੱਚ ਕਰਕੇ। ਸੋ ਮੈਨੂੰ ਲੱਗਦਾ ਹੈ ਕਿ ਇਹ ਸਵਾਲ ਇੰਨਾ ਸੌਖਾ ਨਹੀਂ ਹੈਗਾ ਕਿ ਜਿਹਦੇ ਨਾਲ ਅਸੀਂ ਜਿਹੜਾ ਇਹਨੂੰ ਇਸ ਤਰੀਕੇ ਨਾਲ ਨਜਿੱਠ ਲਈਏ, ਜਾਂ ਇਹਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਜਾਂ ਇੱਕ ਵੀਡੀਓ ਦੇ ਜ਼ਰੀਏ ਪਾ ਕੇ। ਹਰ ਇੱਕ ਨੂੰ ਰਾਈਟ ਹੈਗਾ ਜਿਹੜੀ ਗੱਲ ਉਹ ਕਵੇ, ਪਰ ਮੈਨੂੰ ਲੱਗਦਾ ਵੀ ਇਹਦੇ ਉੱਤੇ ਇੱਕ ਵੱਡੀ ਜਿਹੜੀ ਹੈਗੀ ਆ ਮੰਥਨ ਕਰਨ ਦੀ ਲੋੜ ਹੈ, ਕਿਉਂਕਿ ਡੈਮੋਕ੍ਰੇਸੀ ਹੈ, ਹਰ ਇੱਕ ਦਾ ਹੱਕ ਹੈ, ਵੈਲਫੇਅਰ ਸਟੇਟ ਹੈ। ਸਮੱਸਿਆ ਸਾਡੀ ਇਹ ਹੈਗੀ ਆ ਕਿ ਇਸ ਵੇਲੇ ਸਾਡਾ ਜਿਹੜਾ ਲੋਕਤੰਤਰ ਹੈ ਉਹ ਵੈਲਫੇਅਰ ਸਟੇਟ ਤੋਂ ਚੈਰੀਟੇਬਲ ਸਟੇਟ ਬਣਦਾ ਜਾ ਰਿਹਾ। ਬਹੁਤ ਡੇਂਜਰਸ ਗੱਲ ਆ, ਤੁਹਾਨੂੰ ਆਉਣ ਵਾਲੇ ਸਮੇਂ 'ਚ ਸਮਝਣਾ ਪਊਗਾ। ਸਾਡਾ ਵੈਲਫੇਅਰ ਸਟੇਟ ਆ,
ਪਰ ਇਹ ਜਿਹੜੀਆਂ ਸਟੇਟਾਂ ਵੀ ਹੈਗੀਆਂ ਵਾ, ਸੈਂਟਰ ਗੌਰਮੈਂਟ ਇਹਨੂੰ ਚੈਰੀਟੇਬਲ ਬਣਾ ਰਹੀ ਆ। ਕਿਸੇ ਨੂੰ ਰਾਸ਼ਨ ਦੇ ਦਿਓ, ਕਿਸੇ ਨੂੰ ਪੈਨਸ਼ਨ ਲਾ ਦਿਓ, ਕਿਸੇ ਨੂੰ ਮੁਫਤ ਜਿਹੜਾ ਹੈਗਾ ਬੱਸ ਦੇ ਸਫ਼ਰ ਕਰਨਾ ਲਾ ਦਿਓ, ਕਿਸੇ ਨੂੰ ਸਾਈਕਲ ਦੇ ਦਿਓ, ਕਿਸੇ ਦਾ ਆਹ ਕੰਮ ਕਰ ਦਿਓ। ਇਹ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਵੱਡਾ ਕ੍ਰਾਈਸਿਸ ਇਹਦਾ ਫੇਸ ਕਰਨਾ ਪਊਗਾ। ਹੁਣ ਤੋਂ ਹੀ ਸਾਨੂੰ ਇਕੱਠਿਆ ਹੋਣਾ ਪਊਗਾ ਕਿ ਸਾਡੀ ਸਟੇਟ ਵੈਲਫੇਅਰ ਸਟੇਟ ਬਣੀ ਰਵੇ। ਵੈਲਫੇਅਰ ਸਟੇਟ ਜਿਹੜੀ ਹੁੰਦੀ ਆ ਉਹਦੇ ਵਿੱਚ ਜਿਹੜੀ ਜਿੰਨੇ ਵੀ ਉਹ 'ਚ ਲੋਕ ਹੈਗੇ ਆ ਉਹਨਾਂ ਦੀ ਭਲਾਈ ਆਲ ਇਨਕਲੂਸਿਵ ਹੁੰਦੀ ਆ। ਚੈਰੀਟੇਬਲ ਸਟੇਜ ਦੇ ਵਿੱਚ ਹੁੰਦਾ ਕਿ ਅੱਜ ਤੁਸੀਂ ਸੁਖਵਿੰਦਰ ਸਿੰਘ ਨੂੰ ਕੁਛ ਦੇ ਦਿਓ, ਕੱਲ ਨੂੰ ਮੈਨੂੰ ਕੁਛ ਦੇ ਦਿਓ, ਕੱਲ ਨੂੰ ਇਹਨੂੰ ਦੇ ਦਿਓ, ਕੱਲ ਨੂੰ ਉਹਨੂੰ ਦੇ ਦਿਓ। ਔਰ ਇਹੋ ਜਿਹੀਆਂ ਵੰਡੀਆਂ ਜਿਹੜੀਆਂ ਸਾਨੂੰ ਲੱਗਦਾ ਕਿ ਜਿਸ ਕਿਸਮ ਦੀ ਹਾਕਮ ਸਾਡੇ ਸਿਰ ਦੇ ਉੱਤੇ ਬੈਠੇ ਆ ਉਹਨਾਂ ਦੀ ਸੋਚੀ ਸਮਝੀ ਚਾਲ ਹੋ ਸਕਦੀ ਆ। ਤਾਂ ਮੇਰਾ ਕਹਿਣ ਤੋਂ ਭਾਵ ਆ, ਕਿਉਂਕਿ ਆਪਾਂ ਆਪਣੇ ਟੌਪਿਕ ਤੋਂ ਲਾਂਭੇ ਨਾ ਜਾਈਏ, ਇਹ ਜਿਹੜੀਆਂ ਖਾਸ ਕਰਕੇ ਜਿਹੜੀਆਂ ਇਸ ਕਿਸਮ ਦੀਆਂ ਗੱਲਾਂ ਆਉਣੀਆਂ, ਇਹਦੇ ਨਾਲ ਤਾਂ ਸਾਡੀ ਜਿਹੜੀ ਯੂਨਿਟੀ ਆ ਉਹਨੂੰ ਛੇਕ ਲੱਗ ਸਕਦਾ ਵਾ, ਉਹ ਕਮਜ਼ੋਰ ਹੋ ਸਕਦੀ ਆ। ਕਿ ਸਾਡੇ ਜਿਹੜੇ ਵੱਡੇ ਮੁੱਦੇ ਹੈ ਉਹਨੂੰ ਸ਼ਾਇਦ ਥੋੜੇ ਸਮੇਂ ਲਈ ਜਿਹੜਾ ਹੈਗਾ ਵਾ ਉਹ ਹੋਰ ਨੁਕਸਾਨ ਹੋਊਗਾ। ਬਿਲਕੁਲ, ਕੋਈ ਅੱਧੇ ਮਿੰਟ ਦੀ ਇਸ ਤਰ੍ਹਾਂ ਵੀਡੀਓ ਪਾ ਕੇ ਉਹ ਜਾਰੀ ਕਰ ਦਿੰਦਾ, ਫਿਰ ਉਹਦੇ ਤੇ ਲੋਕ ਆਪੋ ਆਪਣੀ ਰਾਏ ਦਿੰਦੇ ਨੇ, ਪਰ ਉਹਦੇ ਪੱਖ ਬਹੁਤ ਹੁੰਦੇ ਨੇ, ਉਹ ਜਾਣਨੇ ਜ਼ਰੂਰੀ ਨੇ। ਸਿਆਸਤਦਾਨਾਂ ਦੀ ਆਦਤ ਹੁੰਦੀ ਹੈ ਪ੍ਰੋਫੈਸਰ ਸਾਹਿਬ ਕਿ ਉਹ ਆਪਣੇ ਤੌਰ ਦੇ ਉੱਤੇ ਇੱਕ ਅੱਧਾ ਕੋਈ ਨਾਰਾ ਕੱਢ ਦਿੰਦੇ ਨੇ ਜਿਹਦੇ ਉੱਤੇ ਲੋਕ ਜਿਹੜਾ ਉਹਦੇ ਤੇ ਫੋਕਸ ਕਰ ਲੈਂਦੇ ਨੇ। ਜਿਵੇਂ ਕਹਿਤਾ ਕਿ ਰੰਗਲਾ ਪੰਜਾਬ ਬਣਾ ਦੇਾਂਗੇ, ਕੋਈ ਕਹਿੰਦਾ ਸਭ ਕਾ ਸਾਥ ਸਭ ਕਾ ਵਿਕਾਸ ਕਰ ਦਿਆਂਗੇ, ਫਿਰ ਇਹ ਕਹਿੰਦੇ ਕਿ ਅਸੀਂ ਆਮਦਨ ਜਿਹੜੀ ਆ ਉਹ ਕਿਸਾਨਾਂ ਦੀ ਦੁੱਗਣੀ ਕਰਨੀ ਹੈ। ਕਿਸਾਨ ਕਹਿੰਦੇ ਕਿ ਨਹੀਂ, ਇਹਨਾਂ ਦੀ ਮਨਸ਼ਾ ਜਿਹੜੀ ਸਾਫ਼ ਨਹੀਂ। ਜੇ ਸਟੇਟ ਸਰਕਾਰ ਵੱਲ, ਸੂਬਾ ਸਰਕਾਰ ਵੱਲ ਦੇਖਿਆ ਜਾਵੇ ਤਾਂ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਤੇ ਵੀ ਹੁਣ ਤੱਕ ਵੀ ਕੋਈ ਖੇਤੀ ਦੇ ਉੱਤੇ ਨੀਤੀ ਨਹੀਂ ਬਣਾਈ ਗਈ। ਫੌਰੀ ਤੌਰ ਦੇ ਉੱਤੇ ਤੁਸੀਂ ਕੀ ਮੰਨਦੇ ਹੋ ਕਿ ਸਰਕਾਰ ਨੂੰ, ਜੇ ਸੂਬਾ ਸਰਕਾਰ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਤੇ ਕੇਂਦਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਿਹੜੀ ਆਮਦਨ ਦੁੱਗਣੀ ਕਰਨ ਦੇ ਮਗਰ ਲੱਗੀ ਹੋਈ ਆ? ਮੈਨੂੰ ਲੱਗਦਾ, ਦੇਖੋ, ਇੱਕ ਹੁੰਦਾ ਚਾਦਰ ਵੇਖ ਕੇ ਪੈਰ ਪਸਾਰਨੇ। ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਦੇਖਣਾ ਪਊਗਾ ਵੀ ਚਾਦਰ ਕਿੰਨੀ ਵੱਡੀ ਆ। ਇੱਕ ਪਾਸੇ ਤੁਸੀਂ ਡੈਟ ਦੀ ਗੱਲ ਕਰ ਰਹੇ ਜੋ, ਸਾਧਨ ਬਹੁਤ ਘੱਟ ਆ, ਸਾਧਨ ਸੀਮਤ ਆ। ਖੇਤੀਬਾੜੀ ਦੀ ਪ੍ਰੋਡਕਸ਼ਨ ਇਸ ਵੇਲੇ ਜੇ ਨਵੀਂ ਟੈਕਨੋਲੋਜੀ ਨਹੀਂ ਲਿਆਉਂਦੇ, ਡਿਵਰਸੀਫਿਕੇਸ਼ਨ ਨਹੀਂ ਹੁੰਦੀ, ਐਗਰੋ ਬੇਸਡ ਇੰਡਸਟਰੀ ਨਹੀਂ ਲੱਗਦੀ, ਹੋਰ ਸਾਧਨ ਨਹੀਂ ਲੱਭੀ ਜਾਂਦੇ, ਲੋਕੀ ਖੇਤੀ ਛੱਡ ਰਹੇ ਆ। ਖੇਤੀ, ਮੈਂ ਇਹ ਗੱਲ ਬੜੀ ਦਾਅਵੇ ਨਾਲ ਕਹਿ ਸਕਦਾ ਹਾਂ, ਖੇਤੀ ਉਹੀ ਕਰ ਰਿਹਾ ਵਾ ਜਿਹਨੂੰ ਹੋਰ ਕੋਈ ਦੂਸਰੇ ਪਾਸੇ ਵੱਲ ਜਿਹੜਾ ਹੈਗਾ ਕੋਈ ਹੱਥ ਪੱਲਾ ਨਹੀਂ ਲੱਗਦਾ। ਜਿਹਨੂੰ ਵੀ ਕਿਤੇ ਹੋਰ ਪਾਸੇ ਹੱਥ ਪੱਲਾ ਲੱਗਦਾ ਹੈ ਉਹ ਖੇਤੀ ਚੋਂ ਨਿਕਲਣਾ ਚਾਹੁੰਦਾ ਵਾ। ਸਿਰਫ ਉਹੀ ਵਿਅਕਤੀ ਜਿਹੜੇ ਹੈਗੇ ਆ ਜਿਨ੍ਹਾਂ ਕੋਲ ਕੋਈ ਇਸ ਕਿਸਮ ਦਾ ਹੁਨਰ ਨਹੀਂ ਹੈ, ਜਾਂ ਇਹ ਵੀ ਹੋ ਸਕਦਾ 2-4% ਜਿਹੜੇ ਜਿਨ੍ਹਾਂ ਲਈ ਖੇਤੀ ਇੱਕ ਜਿਹੜੀ ਹੈਗੀ ਆ ਪਾਵਰ ਦਾ ਜਿਹੜਾ ਹੈਗਾ ਸਿੰਬਲ ਹੈਗਾ, ਸਟੇਟਸ ਦਾ ਸਿੰਬਲ ਹੈਗਾ ਵਾ, ਰਾਜਨੀਤੀ ਦਾ ਸਿੰਬਲ ਹੈਗਾ, ਉਹ ਖੇਤੀ ਕਰਦੇ ਆ। ਪਰ ਉਹ ਖੇਤੀ ਜਿਹੜੀ ਆ ਖੇਤੀ ਤੇ ਡਿਪੈਂਡੈਂਟ ਨਹੀਂ ਹੈ। ਉਹਨਾਂ ਦੇ ਹੋਰ ਬਹੁਤ ਸਾਰੇ ਸਾਧਨ ਹੈਗੇ ਆ ਜਿਨ੍ਹਾਂ ਦੇ ਉੱਤੇ ਡਿਪੈਂਡੈਂਟ ਹੈਗੇ ਆ। ਮੈਂ ਕਿਉਂਕਿ ਸਰਕਾਰ ਨੂੰ ਪਹਿਲੀ ਗੱਲ ਤੇ ਹੈਗਾ ਕਿ ਸਰਕਾਰ ਨੂੰ ਜਿੰਨੀ ਜਲਦੀ ਹੋ ਸਕੇ ਲੋਕਾਂ ਨੂੰ ਆਪਣੀ ਜਿਹੜੀ ਆਰਥਿਕ ਜਿਹੜੀ ਹੈਗੀ ਆ ਪੋਜੀਸ਼ਨ ਨੂੰ ਦੱਸ ਦੇਣਾ ਚਾਹੀਦਾ। ਅਜੇ ਸਰਕਾਰ ਦਾ ਬਚਾਅ ਹੈਗਾ, ਅਜੇ ਸਾਰਾ ਠੀਕਰਾ ਭਾਂਡਾ ਪਿਛਲੀਆਂ ਸਰਕਾਰਾਂ ਦੇ ਉੱਤੇ ਫੋੜ ਸਕਦੇ ਹਨ। ਅਜੇ ਇਹ ਉੱਥੋਂ ਥੋੜੇ ਸਮੇਂ ਲਈ ਸਾਫ਼ ਸੁਥਰੇ ਹੋ ਕੇ ਬਾਹਰ ਨਿਕਲ ਸਕਦੇ ਹਨ। ਜੇ ਇਹਨਾਂ ਨੇ 6 ਮਹੀਨੇ ਦਾ ਸਮਾਂ ਹੋਰ ਲੈ ਲਿਆ, ਇਦਾਂ ਹੀ ਕਰਦੇ ਰਹੇ, ਤੇ ਫਿਰ ਇਹ ਉਸੇ ਕਟਹਿਰੇ 'ਚ ਆ ਜਾਣਗੇ ਜਿਸ ਕਟਹਿਰੇ ਦੇ ਵਿੱਚ ਅਕਾਲੀਏ ਖਲੋਤੇ ਆ, ਜਿਸ ਕਟਹਿਰੇ ਦੇ ਵਿੱਚ ਕਾਂਗਰਸੀ ਖਲੋਤੇ ਆ। ਲੋਕਾਂ ਨੂੰ ਸਾਫ਼ ਨੀਤ ਦੇ ਨਾਲ, ਭਾਈ ਆਹ ਸਾਡੇ ਸਾਧਨ ਜੇ, ਆਹ ਸਾਡੀ ਆਮਦਨ ਜੇ, ਆਹ ਸਾਡਾ ਕਰਜ਼ਾ ਜੇ, 20% ਕਰਜ਼ਾ ਜਿਹੜਾ ਤੁਹਾਡਾ ਜਿਹੜੀ ਆਮਦਨ ਹੈਗੀ ਆ ਉਹ ਸਾਡੀ ਜਿਹੜੀ ਅਸੀਂ ਦੇਣ ਡਏ ਆ, ਜਿਹੜਾ ਸੈਂਟਰ ਨੂੰ ਕਰਜ਼ੇ ਦਾ ਜਿਹੜਾ ਮੋੜਨ ਦੇ ਉੱਤੇ ਜਾਂ ਵਿਆਜ ਦੇ ਉੱਤੇ ਦੇ ਰਹੇ ਆ, ਆਹ ਸਾਡੀ ਖੇਤੀ ਦੀ ਹਾਲਤ ਵਾ, ਇੱਥੇ ਸਾਡਾ ਪਾਣੀ ਪਿਆ ਵਾ, ਇੰਨਾ ਅਸੀਂ ਬਿਜਲੀ ਤੇ ਖਰਚ ਕਰਦੇ ਹਾਂ। ਇੰਡਸਟਰੀ ਆਉਂਦੀ ਆ ਕਿ ਨਹੀਂ ਆਉਂਦੀ, ਐਵੇਂ ਝੂਠੇ ਜਿਹੜੇ ਹੈਗੇ ਉਹਨਾਂ ਨੂੰ ਲਿਆ ਕੇ ਮਹੱਲਾਂ ਦੇ ਵਿੱਚ ਰੱਖ ਕੇ ਤੇ ਅੱਜ ਇੰਡਸਟਰੀਅਲ ਇਨਕਲੇਵ ਕੀਤੀ, ਉਹ ਕਰਨ ਦੀ ਲੋੜ ਨਹੀਂ ਹੈਗੀ। ਤੋ ਇਸ ਲਈ ਮਾਡਲ ਬਹੁਤ ਕਲੀਅਰ ਆ, ਹੁਣ ਇੰਟੈਗਰੇਟਡ ਆ। ਅਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹਾਂ, ਖੇਤੀ WTO ਨਾਲ ਜੁੜੀ ਆ, 3 ਕਾਨੂੰਨ ਬਣੇ ਸੀ WTO ਦੇ ਨਾਲ ਜੁੜੇ ਸੀਗੇ। ਪੰਜਾਬ ਦੀ ਜਿਹੜੀ ਖੇਤੀ ਦੀ ਜ਼ਰੂਰਤ 60 ਦੇ ਵਿੱਚ ਸੀਗੀ, 70 ਦੇ ਵਿੱਚ ਸੀ, ਹੁਣ ਉਨੀ ਜ਼ਿਆਦਾ ਨਹੀਂ ਹੈਗੀ, ਭਾਵੇਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਹੋ ਸਕਦੀ ਆ। ਹੁਣ ਤੁਸੀਂ ਦੇਖੋ ਇਸ ਸਾਲ ਕਣਕ ਦਾ ਝਾੜ ਸਾਰੇ ਦੇਸ਼ ਘਟਿਆ, ਯੂਕਰੇਨ ਤੇ ਰੂਸ ਦੀ ਚੱਲ ਰਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਵੀ ਇਹ ਜਿਹੜੀ ਕਣਕ ਹੈਗੀ ਹੈ ਕਿਸ ਤਰੀਕੇ ਨਾਲ ਤੇਜ਼ੀ ਫੜਦੀ ਆ। ਪਰ ਕਿਸਾਨ ਨੂੰ ਇਹਦੇ ਨਾਲ ਫਰਕ ਨਹੀਂ ਪਿਆ। 20 ਤੋਂ 25%, ਮੈਨੂੰ ਇੱਥੇ ਦਾ ਤਾਂ ਪਤਾ ਨਹੀਂ, ਮੈਂ ਦੱਸ ਸਕਦਾ, ਮੈਂ ਆਪਣੇ ਉੱਥੋਂ UP ਤੋਂ ਆਇਆ,
ਉੱਥੇ ਸਾਡੇ ਤਾਂ 20 ਤੋਂ 25% ਤੱਕ ਝਾੜ ਜਿਹੜਾ ਘਟ ਗਿਆ। ਪਿਛਲੇ ਸਾਲ ਝਾੜ ਜਿਹੜਾ ਸੀ ਸਾਡੇ ਉੱਥੇ 25 ਤੋਂ 27 ਕੁਇੰਟਲ ਸੀਗਾ, ਐਰਕਾ 18 ਤੋਂ 20 ਕੁਇੰਟਲ ਨਿਕਲਿਆ। ਮੈਨੂੰ ਪੰਜਾਬ ਦਾ ਬਹੁਤਾ ਪਤਾ ਨਹੀਂ ਹੈਗਾ। ਤੇ ਇੱਥੇ ਵੀ ਸ਼ਾਇਦ ਕਹਿੰਦੇ ਆ ਵੀ ਝਾੜ ਕਾਫੀ ਵੱਡੀ ਗਿਣਤੀ ਦੇ ਵਿੱਚ 10 12 15% ਘਟਿਆ ਹੈਗਾ ਵਾ। ਕਿਸਾਨਾਂ ਦੀ ਆਮਦਨ ਇੱਕਦਮ ਘਟ ਗਈ ਆ, ਕਿਸਾਨਾਂ ਦੇ ਖਰਚੇ ਨਹੀਂ ਘਟੇ, ਖਰਚੇ ਰਾਦਰ ਵੱਧ ਗਏ ਆ, ਡੀਜ਼ਲ ਦਾ ਖਰਚਾ ਵੱਧ ਗਿਆ। ਸਰਕਾਰ ਕੀ ਕਰ ਸਕਦੀ ਹੈ? ਹੁਣ ਆਪਾਂ ਇਹ ਕਹਿ ਲਈਏ ਸਰਕਾਰ ਦੀ ਆਮਦਨ ਕਿੰਨੀ ਆ, ਸਰਕਾਰ ਕੋਲ ਰਿਸੋਰਸਸ ਕਿੰਨੇ ਆ, ਸਾਰਾ ਜ਼ੋਰ ਲਾ ਦੇਵੇ। ਨਾਲ ਜ਼ੋਰ ਲਾਉਣ ਦੇ ਇਹ ਲੋਕਾਂ ਨੂੰ ਸੱਚ ਦੱਸਣਾ ਬਹੁਤ ਜ਼ਰੂਰੀ ਆ ਵੀ ਭਾਈ ਆਹ ਅਸੀਂ ਕਰ ਸਕਦੇ ਆ, ਆਹ ਨਹੀਂ ਕਰ ਸਕਦੇ। ਉਹਨਾਂ ਨੂੰ ਸਟੇਕ ਹੋਲਡਰ ਬਣਾਇਆ। ਮੈਨੂੰ ਬਹੁਤ ਚੰਗਾ ਲੱਗਾ ਕਿ ਥੋੜੇ ਦਿਨ ਪਹਿਲਾਂ ਇਹ ਸਰਕਾਰ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਿਆ ਸੀਗਾ। ਪੰਜਾਬ ਦੇ ਨਾ ਕਿਸਾਨ ਨਾ ਪੰਜਾਬ ਦੇ ਲੋਕ ਅਨਨੈਸੈਸਰੀ ਨਾ ਤਾਂ ਕੋਈ ਸਰਕਾਰ ਤੋਂ ਮੰਗਣਾ ਚਾਹੁੰਦੇ ਆ, ਨਾ ਉਹ ਜਿਹੜਾ ਕੁਝ ਉਹਨਾਂ ਨੂੰ ਹੱਥ ਅੱਡਣਾ ਚਾਹੁੰਦੇ ਆ। ਉਹਨਾਂ ਨੂੰ ਇਹ ਪਤਾ ਸੀ ਵੀ ਪੁਰਾਣੇ ਜਿਹੜੇ ਰੂਲਰ ਸੀਗੇ, ਹਾਕਮ ਸੀ, ਉਹਨਾਂ ਨੂੰ ਉਹ ਬੇਈਮਾਨ ਸਮਝਦੇ। ਮੈਂ ਨਹੀਂ ਕਹਿੰਦਾ ਵੀ ਉਹ ਬੇਈਮਾਨ ਹੈਗੇ ਸੀ ਜਾਂ ਸਾਰੇ ਬੇਈਮਾਨ ਸੀਗੇ, ਉਹਨਾਂ ਦੇ ਉੱਤੇ ਉਹਨਾਂ ਦਾ ਵਿਸ਼ਵਾਸ ਬਹੁਤ ਥੱਲੇ ਡਿੱਗ ਪਿਆ ਸੀਗਾ। ਇਸੇ ਕਰਕੇ ਜਿਹੜਾ ਸੀਗਾ ਉਹਨਾਂ ਨੂੰ ਲੱਗਦਾ ਸੀ ਵੀ ਇਹ ਜ਼ਿੰਮੇਵਾਰ ਹੈਗੇ ਆ। ਤੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਰਕਾਰ ਜੋ ਵੀ ਇਹਨਾਂ ਦੀ ਪਾਲਿਸੀ ਹੈਗੀ ਆ, ਸਮੱਸਿਆ ਇਹਨਾਂ ਦੀ ਇਹ ਹੈਗੀ ਆ ਕਿ ਜੇ ਇਹਨਾਂ ਨੇ ਆਪਣੇ ਤੌਰ ਤੇ ਚਲਾਉਣਾ ਵਾ, ਇਹਨਾਂ ਨੂੰ ਖੇਤੀਬਾੜੀ ਐਕਸਪਰਟਾਂ ਨੂੰ ਲੈਣਾ ਪਊਗਾ ਨਾਲ। ਉਹ ਖੇਤੀਬਾੜੀ ਐਕਸਪਰਟ ਉਹ ਨਹੀਂ ਮੈਂ ਕਹਿੰਦਾ ਵੀ ਜਿਹੜੇ ਕੰਟਰੋਵਰਸ਼ੀਅਲ ਹੈਗੇ ਆ, ਬਹੁਤ ਚੰਗੇ ਖੇਤੀਬਾੜੀ ਐਕਸਪਰਟ ਹੈਗੇ ਆ, ਜਿਹੜੇ ਕਿਸਾਨ ਫਰੈਂਡਲੀ ਵੀ ਹੈਗੇ ਆ, ਪੰਜਾਬ ਫਰੈਂਡਲੀ ਵੀ ਹੈਗੇ ਆ, ਉਹ ਸਰਕਾਰ ਦੇ ਅਤੈਸ਼ੀ ਵੀ ਹੈਗੇ ਆ। ਉਹਨਾਂ ਨੂੰ ਲਿਆ ਕੇ ਵਿੱਚ ਬਿਠਾਲ ਕੇ ਉਹਨਾਂ ਕੋ ਸਲਾਹ ਮਸ਼ਵਰਾ ਲੈ ਕੇ ਜਥੇਬੰਦੀਆਂ ਦੇ ਨਾਲ, ਵੇਖੋ ਇਸ ਵੇਲੇ ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚ ਕਿਸੇ ਵੀ ਸਰਕਾਰ ਦੀ ਕਿਸੇ ਵੀ ਸਮੇਂ ਲਈ ਗਲੇ ਦੀ ਹੱਡੀ ਬਣ ਸਕਦੇ ਆ। ਉਹ ਕਿਸੇ ਵੀ ਵੇਲੇ ਕਿਸੇ ਵੀ ਸਰਕਾਰ ਨੂੰ, ਉਹਨਾਂ ਲਈ ਹੁਣ MLA ਸਾਹਿਬ, ਮੰਤਰੀ ਸਾਹਿਬ, DC ਸਾਹਿਬ, SSP ਸਾਹਿਬ ਕੋਈ ਹਊਆ ਨਹੀਂ ਹੈਗੇ। ਉਹਨਾਂ ਨੂੰ ਬਹੁਤ ਕੌਨਫੀਡੈਂਸ ਹੈਗਾ। ਤੋ ਇੱਕ ਪਾਸੇ ਉਹਦੇ ਚੀਜ਼ ਬਹੁਤ ਚੰਗੀ ਲੱਗਦੀ ਹੈ ਕਿਉਂਕਿ ਇਹਨਾਂ ਜਿਹੜੇ ਅਧਿਕਾਰੀ ਸੀਗੇ ਜਾਂ ਰਾਜਨੀਤੀਵਾਨ ਸੀ, ਇਹ ਲੋਕਾਂ ਨੂੰ ਡਰਾ ਕੇ ਰੱਖਦੇ ਸੀ। ਇਹ ਲੋਕਾਂ ਨੂੰ ਇਹ ਵੀ ਟਿਚਰਾਂ ਕਰਦੇ ਸੀਗੇ ਕਿ ਜਿਨ੍ਹਾਂ ਦੇ ਘਰ ਜਿਹੜਾ 2 ਟਾਈਮ ਰੋਟੀ ਨਹੀਂ ਪੱਕਦੀ ਉਹ ਸਾਨੂੰ ਸਵਾਲ ਕਰਦੇ। ਇੱਕ MLA ਸਾਹਿਬ ਨੇ ਇਹ ਗੱਲ ਕਹੀ ਸੀ, ਬੜੀ ਦੁਖਦਾਈ ਗੱਲ ਸੀ। ਸ਼ਾਇਦ ਉਹ ਮੁੜ ਕੇ ਪਾਰਟੀ ਵੀ ਬਦਲ ਗਿਆ, ਹਾਰ ਵੀ ਗਿਆ, ਸ਼ਾਇਦ ਹੁਣ ਉਹ ਕਿਤੇ ਨਹੀਂ ਹੋਊਗਾ। ਹੁਣ ਉਹ ਹਾਲਾਤ ਬਦਲ ਗਿਆ। ਤਾਂ ਮੇਰੇ ਖਿਆਲ ਪਹਿਲੀ ਗੱਲ ਤੇ ਹੈਗਾ ਕਿ ਸ਼ਾਇਦ ਮਾਨ ਸਾਹਿਬ ਵੀ ਉਹਨੇ ਐਕਸਪਰਟ ਨਹੀਂ ਹੋਣਗੇ ਐਗਰੀਕਲਚਰ ਦੇ ਜਾਂ ਇਹਨਾਂ ਦੀ ਪਾਰਟੀ ਦੇ ਵਿੱਚ, ਕਿਉਂਕਿ 82 ਬੰਦੇ ਜਿਹੜੇ ਹੈਗੇ ਆ ਉਹ ਬਿਲਕੁਲ ਨਵੇਂ ਆਏ ਆ। ਕੁਝ ਲੋਕਾਂ ਨੂੰ ਮੈਂ ਵੀ ਜਾਣਦਾ ਵੀ ਉਹਨਾਂ 'ਚ ਬਹੁਤਿਆਂ ਦਾ ਸ਼ਾਇਦ ਪੰਚਾਇਤੀ ਜਿਹੜਾ ਹੈਗਾ ਆਪਣਾ ਪੰਚਾਇਤ ਦਾ ਵੀ ਤਜਰਬਾ ਸ਼ਾਇਦ ਨਹੀਂ ਹੋਊਗਾ, ਔਰ ਲੱਗਦਾ ਨਹੀਂ ਕਿ ਬਹੁਤ ਸਾਰੇ ਉਹਨਾਂ 'ਚ ਐਗਰੀਕਲਚਰ ਸਾਇੰਟਿਸਟ ਹੋਣਗੇ। ਠੀਕ ਆ, ਪੜ੍ਹੇ ਲਿਖੇ ਲੋਕ ਵੀ ਹੈਗੇ ਆ, ਪਰ ਇਹਨਾਂ ਨੂੰ ਇੱਕ ਜਿਹੜੇ ਖਾਸ ਕਰਕੇ ਪ੍ਰੋ ਪੰਜਾਬ ਪੱਖੀ ਜਿਹੜੇ ਹੈਗੇ ਆ, ਉਹ ਕਿਸੇ ਧਰਮ ਜਾਤੀ ਨਾਲ ਨਾ ਲੱਗੇ ਹੋਣ, ਉਹ ਕਿਸੇ ਜਿਹੜੀ ਉਸ ਕਿਸਮ, ਹਾਂ ਉਹਨਾਂ ਦੀ ਵਿਚਾਰਧਾਰਾ ਪੰਜਾਬ ਹੋਵੇ, ਉਹਨਾਂ ਦੀ ਵਿਚਾਰਧਾਰਾ 'ਚ ਲੋਕ ਹੋਣ, ਉਹਨਾਂ ਦੀ ਵਿਚਾਰਧਾਰਾ ਦੇ ਵਿੱਚ ਕਿਸਾਨ ਹੋਣ, ਔਰ ਉਹ ਖੁਦ ਸਮਰਪਿਤ ਹੋਣ। ਉਹ ਜਗਾੜੂ ਨਾ ਹੋਣ ਕਿ ਉਹ ਇੱਥੋਂ ਨਾਲ ਜੁੜ ਕੇ, ਪਹਿਲੇ ਸਮੇਂ ਜੁੜਦੇ ਰਹੇ ਇੱਦਾਂ ਦੇ ਬੰਦੇ ਜਿਹੜੇ ਇਸ ਸਰਕਾਰ ਨਾਲ ਵੀ ਜੁੜ ਗਏ, ਉਸ ਸਰਕਾਰ ਨਾਲ ਵੀ ਜੁੜ ਗਏ। ਉਹ ਸ਼ਾਇਦ ਇਸ ਵੇਲੇ ਮੈਨੂੰ ਲੱਗਦਾ ਕੁਝ ਲੋਕ ਬਹੁਤ ਪਰੇਸ਼ਾਨ ਆ ਕਿ ਜਿਹੜੇ ਟ੍ਰੈਡੀਸ਼ਨਲ ਜਿਹੜੇ ਇਹਨਾਂ ਦੇ ਐਡਵਾਈਜ਼ਰ ਹੁੰਦੇ ਸੀਗੇ ਹਰ ਸਰਕਾਰਾਂ ਦੇ ਵਿੱਚ, ਇੱਧਰੋਂ ਫੜ ਕੇ ਬਹੁਤ ਲੋਕ ਹੋ ਗਏ ਵੋਲੰਟਰੀ ਅੱਗੇ ਆ ਜਾਣਗੇ। ਤਾਂ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਜਿਹੜਾ ਹੈਗਾ ਪਾਲਿਸੀ ਬਣਾਓ, ਖੇਤੀਬਾੜੀ ਦਾ ਮਾਡਲ ਦਿਓ, ਕਿਸਾਨਾਂ ਨੂੰ ਸਮਝਾਓ ਕਿ ਭਾਈ ਪਾਣੀ ਨਹੀਂ ਹੈਗਾ, ਖੇਤੀ ਦੀ ਆਮਦਨ ਵੱਧ ਗਈ ਆ, ਕੇਂਦਰ ਸਰਕਾਰ ਦੀਆਂ ਸਮੱਸਿਆ ਹੈਗੀਆਂ, ਅਸੀਂ ਆਪਣੇ ਘਰ ਨੂੰ ਆਪ ਸੁਧਾਰਨਾ ਹੈ। ਸਾਡੇ ਕੋਲ ਇੱਕ ਬਹੁਤ ਵੱਡਾ ਭਾਈਚਾਰਾ ਹੈ ਜਿਹੜਾ ਸਾਡਾ NRI ਭਾਈਚਾਰਾ ਹੈ। ਉਹਨਾਂ ਦੇ ਵਿੱਚ ਬਾਹਰ ਇੱਥੋਂ ਐਗਰੀਕਲਚਰ ਸਾਇੰਟਿਸਟ ਵੀ ਗਏ ਆ, ਹੈਲਥ ਜਿਹੜੇ ਐਕਸਪਰਟ ਵੀ ਗਏ, ਹਰ ਕਿਸਮ ਦੇ ਐਕਸਪਰਟ ਹੈਗੇ ਆ। ਉਹ ਵਿਲਿੰਗ ਆ ਇੱਥੇ ਵਾਪਸ ਆਉਣ ਨੂੰ, ਉਹ ਵਿਲਿੰਗ ਆ ਇੱਥੇ ਇਨਵੈਸਟ ਕਰਨ ਨੂੰ। ਤੇ ਮੈਨੂੰ ਲੱਗਦਾ ਹੈ ਕਿ ਦੂਸਰੀ ਗੱਲ ਇਹ ਹੈਗੀ ਆ ਕਿ ਇਹ ਸਰਕਾਰ ਕਿੰਨਾ ਸਮਾਂ ਜਿਹੜਾ ਉਹਨਾਂ ਨੂੰ ਦੇ ਸਕੂਗੀ, ਇਹ ਵੀ ਹਰੀ ਦੇ ਵਿੱਚ ਹੈਗੀਆਂ। ਆਸਾਂ ਇਹਨਾਂ ਨੇ ਲੋਕਾਂ ਦੀਆਂ ਬਹੁਤ ਵਧਾਤੀਆਂ ਸੀਗੀਆਂ ਕਿਉਂਕਿ ਜਿਹੜੇ ਫਰੀਬੀਜ਼ ਦਾ ਮਸਲਾ ਹੈ, ਫਰੀਬੀਜ਼ ਵੀ ਜਿਹੜੀ ਹੈਗੀ ਆ ਉਹ ਡਿਸਕ੍ਰਿਮੀਨੇਟਰੀ ਹੋਣੀ ਚਾਹੀਦੀ ਆ। ਕਿਹਨੂੰ ਮਿਲਣੀ ਹੈ ਕਿਹਨੂੰ ਨਹੀਂ ਮਿਲਣੀ ਹੈ, ਇਹਨੂੰ ਕਿਸੇ ਨਾ ਕਿਸੇ ਪਾਸੇ ਨਾਲ ਜੋੜੋ। ਇਸ ਵੇਲੇ ਮੈਂ ਗੱਲ ਕਹਿ ਸਕਦਾ ਮੈਂ ਵੀ ਕਿ ਜਿਹੜਾ ਸਰਕਾਰੀ ਅਧਿਕਾਰੀ ਹੈਗਾ ਕਿਸੇ ਵੀ ਲੈਵਲ ਦਾ ਪੱਕੀ ਨੌਕਰੀ ਲੈਂਦਾ ਹੈ, ਪੈਨਸ਼ਨਰ ਹੈਗਾ ਜਾਂ ਕੋਈ ਹੋਰ ਬਿਊਰੋਕਰੇਟ ਹੈਗਾ, ਉਹਨੂੰ ਲਾਂਭੇ ਰੱਖ ਕੇ ਜਿਹੜੇ ਬੰਦੇ ਬਿਲਕੁਲ ਹਾਸ਼ੀਏ ਤੇ ਬੈਠੇ, ਜਿੱਦਾਂ ਤੁਸੀਂ ਮਜ਼ਦੂਰ ਦੀ ਗੱਲ ਕੀਤੀ ਆ, ਉਹਨਾਂ ਨੂੰ ਤੁਸੀਂ ਵੱਧ ਚੜ ਕੇ ਉਹਨਾਂ ਦੀ ਮਦਦ ਕਰੋ, ਉਹਨਾਂ ਦੀ ਲੈਵਲ ਪਲੇਇੰਗ ਜਿਹੜੀ ਆ ਉਹਦੇ ਵਿੱਚੋਂ ਕਰੋ। ਚਾਹੇ ਉਹ ਬਿਜਲੀ ਦਾ ਬਿੱਲ ਦੀ ਗੱਲ ਕਰਦੇ ਆ, ਚਾਹੇ ਉਹ ਖੇਤਾਂ ਦੇ ਵਿੱਚ ਜਿਹੜੇ ਕਨੈਕਸ਼ਨਾਂ ਦੀ ਗੱਲ ਕਰਦੇ ਆ, ਜਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਦੀ ਗੱਲ ਕਰਦੇ ਆ। ਤਾਂ ਡਿਸਕ੍ਰਿਮੀਨੇਟ ਹੋਣਾ ਬਹੁਤ ਜ਼ਰੂਰੀ ਆ। ਇਹ ਤਾਂ ਹੀ ਪੋਸੀਬਲ ਹੈਗਾ ਕਿ ਇਹਨਾਂ ਕੋਲ ਏਜੰਡਾ ਹੋਵੇ, ਕਿਉਂਕਿ ਸਰਕਾਰ ਹਰੀ ਦੇ ਵਿੱਚ ਆ, ਸਰਕਾਰ ਦੇ ਕੰਮ ਬਹੁਤ ਹੁੰਦੇ ਆ। ਮੈਨੂੰ ਨਹੀਂ ਲੱਗਦਾ ਵੀ ਕਿਸੇ ਮੰਤਰੀ ਸਾਹਿਬ ਨੂੰ ਜਾਂ ਮੁੱਖ ਮੰਤਰੀ ਸਾਹਿਬ ਕੋਲ ਸੌਣ ਦਾ ਵੀ 2-4 ਘੰਟੇ ਦਾ ਟਾਈਮ ਹੋਊਗਾ, ਕਿਉਂਕਿ ਇਹਨਾਂ ਨੇ ਲੋਕਾਂ ਦੀਆਂ ਐਕਸਪੈਕਟੇਸ਼ਨ ਬਹੁਤ ਵਧਾਤੀਆਂ ਸੀਗੀਆਂ। ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ ਨਿਰਾਸ਼ ਬਹੁਤ ਕੀਤਾ ਸੀਗਾ।
ਲੋਕ ਇਸ ਸਰਕਾਰ ਨੂੰ 6 ਮਹੀਨੇ ਵੱਧ ਤੋਂ ਵੱਧ ਦੇਣਗੇ। ਮੈਨੂੰ ਲੱਗਦਾ ਹੈ 6 ਮਹੀਨੇ ਤੱਕ ਕੁਝ ਨਹੀਂ ਬੋਲਣਗੇ। ਹੋ ਸਕਦਾ ਉਹ ਸਾਲ ਵੀ ਦੇ ਦੇਣ ਕਿ ਉਹਨਾਂ ਨੂੰ ਇਹ ਚੇਤਾ ਰਹਿੰਦਾ ਕਿ ਪੁਰਾਣੀਆਂ ਸਰਕਾਰਾਂ ਨੂੰ ਉਹ ਚੰਗਾ ਨਹੀਂ ਸੀ ਸਮਝਦੇ, ਪਰ ਉਸ ਸਮੇਂ ਤੱਕ ਇਹਨਾਂ ਨੂੰ ਆਪਣੇ ਪੈਰ ਜਿਹੜੇ ਹੈਗੇ ਆ ਉਹ ਜ਼ਮੀਨ ਤੇ ਲਾਉਣੇ ਪੈਣਗੇ। ਔਰ ਜ਼ਮੀਨ ਤੇ ਪੈਰ ਲਾਉਣ ਲਈ ਮੈਂ ਬਾਰ-ਬਾਰ ਕਹਿਣਾ ਵਾਂ, ਕਿਸੇ ਵੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ, ਪਾਰਲੀਮੈਂਟ ਨਿਜ਼ਾਮ ਦੇ ਵਿੱਚ ਇੱਕ ਪਾਰਟੀ ਦਾ ਜਿਹੜਾ ਹੁੰਦਾ ਹੋਣਾ ਬਹੁਤ ਜ਼ਰੂਰੀ ਹੈ। ਕੇਡਰ ਬੇਸਡ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਸਰਕਾਰ ਤੇ ਲੋਕਾਂ ਦੇ ਵਿੱਚ ਇੱਕ ਲਿੰਕ ਦਾ ਕੰਮ ਕਰੇ, ਸਰਕਾਰ ਤੇ ਜਥੇਬੰਦੀਆਂ 'ਚ ਲਿੰਕ ਦਾ ਕੰਮ ਕਰੇ, ਸਰਕਾਰ ਤੇ ਇੰਡਸਟਰੀ ਵਿੱਚ ਲਿੰਕ ਦਾ ਕੰਮ ਕਰੇ। ਤਾਂ ਉਹ ਜਿੰਨਾ ਚਿਰ ਮਤਲਬ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ, ਤਾਂ ਹੀ ਉਹ ਫੀਡਬੈਕ ਲੋਕਾਂ ਤੋਂ ਲੈ ਸਕਣਗੇ। ਨਹੀਂ ਤਾਂ ਇੱਥੋਂ ਵੀ ਚੁੱਕ ਲਓ, ਉੱਥੋਂ ਵੀ ਚੁੱਕ ਲਓ, ਇੱਧਰੋਂ ਵੀ ਕਰ ਲਓ, ਉਹਦੇ ਨਾਲ ਸ਼ਾਇਦ ਥੋੜਾ ਸਮਾਂ ਤੇ ਚੱਲਿਆ ਜਾ ਸਕਦਾ ਹੈ। ਅਲਟੀਮੇਟਲੀ ਫਿਰ ਮੁਸ਼ਕਿਲ ਹੋਰ ਜਿਹੜੇ ਵੱਡੇ ਚੈਲੰਜ ਜਿਹੜੇ ਆ ਉਹ ਸਾਹਮਣੇ ਆ ਜਾਂਦੇ ਆ। ਜੀ ਪ੍ਰੋਫੈਸਰ ਸਾਹਿਬ, ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਸਾਨੀ ਤੇ ਮਜ਼ਦੂਰ ਜਾਂਦੇ ਨਜ਼ਰ ਆਉਂਦੇ ਨੇ, ਜਿਨ੍ਹਾਂ ਹਾਲਾਤਾਂ ਦੇ ਕਾਰਨ ਅੱਜ ਜਿਹੜੀ ਪੀੜ੍ਹੀ ਹੈ ਨਵੀਂ, ਉਹ ਬਾਹਰ ਨੂੰ ਮੂੰਹ ਕਰੀ ਬੈਠੀ ਹੈ, ਭਾਵੇਂ ਪੱਲੇ ਉਹਨਾਂ ਦੇ ਰੁਪਈਆ ਨਾ ਹੋਵੇ, ਪਰ ਫਿਰ ਵੀ ਇਧਰੋਂ ਉਧਰੋਂ ਕਰਜ਼ਾ ਲੈ ਕੇ। ਕੀ ਇਹਨੂੰ ਸਮਝਿਆ ਜਾਵੇ ਕਿ ਇਹ ਇੱਕ ਸਿਆਸੀ ਜਿਹੜੀ ਹੈ ਉਹ ਨਸਲਕੁਸ਼ੀ ਆ ਕਿ ਉਧਰ ਨੂੰ ਤੁਰ ਪੈਣਾ, ਜਾਂ ਫਿਰ ਸਿਆਸੀ ਕਤਲ ਨੇ ਕਿ ਨਾ ਤਾਂ ਪਿਛਲੀਆਂ ਸਰਕਾਰਾਂ ਦੇ ਕੋਲ ਕੋਈ ਹੱਲ ਹੈ, ਨਾ ਅਗਲੀਆਂ ਸਰਕਾਰਾਂ ਨੇ ਹੱਲ ਕੱਢਿਆ, ਹੱਥ ਸਾਰਿਆਂ ਦੇ ਖੜੇ ਹੋ ਜਾਂਦੇ ਨੇ। ਸੱਤਾ ਵਿੱਚ ਆਉਣ ਤੋਂ ਬਾਅਦ, ਆਉਣ ਤੋਂ ਪਹਿਲਾਂ ਤਾਂ ਬਹੁਤ ਕੁਝ ਕਿਹਾ ਜਾਂਦਾ ਆ ਕਿ ਐਤਕੀ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਜਾਂ ਕਿਸਾਨਾਂ ਦਾ ਕਰਜ਼ਾ ਮੁਕਤ ਕਰ ਦਿਆਂਗੇ, ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ। ਉਹ ਆਸਾਂ ਉਮੀਦਾਂ ਦੇ ਵਿੱਚ ਹੀ ਫਿਰ ਇਸ ਪਾਸੇ ਵੱਲ ਨੂੰ ਨਿਰਾਸ਼ ਹੋ ਕੇ ਤੁਰ ਪੈਂਦੇ ਨੇ। ਮੈਨੂੰ ਜਾਗਦਾ ਜੀ ਕਿ ਜਿਹੜੀ ਨਾ ਸਲੋਗਨ ਪੋਲਿਟਿਕਸ ਸੀ, ਇਹਦੀ ਮਾਹਰ ਸ਼੍ਰੀਮਤੀ ਇੰਦਰਾ ਗਾਂਧੀ ਸੀ। ਜਦੋਂ 60 ਦੇ ਵਿੱਚ ਬੁਰਾ ਹਾਲ ਹੋ ਗਿਆ, ਕੁਝ ਗੱਲ ਬਣੀ ਨਹੀਂ, ਲੈਂਡ ਫਾਰਮ ਨਹੀਂ ਹੋਏ, ਤੇ ਗਰੀਬੀ ਹਟਾਓ ਦਾ ਨਾਰਾ ਦੇ ਦਿੱਤਾ, ਤੇ ਗਰੀਬੀ ਹਟਾਓ, ਲੋਕੀ ਤੁਰ ਪਏ ਉਸ ਪਾਸੇ ਕਰਕੇ। 77 ਦੇ ਵਿੱਚ ਜਦੋਂ ਆਈ ਜਨਤਾ ਪਾਰਟੀ ਆਈ ਆ, ਉਹਦੇ ਆਇਆ ਕਿ ਡੈਮੋਕ੍ਰੇਸੀ ਵਾਪਸ ਲੈ ਕੇ ਆਓ। ਉਹ ਐਕਸਪੈਰੀਮੈਂਟ ਫੇਲ ਹੋ ਗਿਆ। 80 ਦੇ ਵਿੱਚ ਫਿਰ ਨਾਰਾ ਦਿੱਤਾ ਗਿਆ ਕਿ ਸਰਕਾਰ ਜਿਹੜੀ ਕੰਮ ਕਰਦੀ ਹੈ, ਗਵਰਨਮੈਂਟ ਦੈਟ ਵਰਕਸ, ਉਹ ਆ ਗਿਆ। 80 ਦੇ ਦਹਾਕੇ ਦੇ ਵਿੱਚ ਮੰਡਲ ਕਮੰਡਲ ਦੀ ਪੋਲਿਟਿਕਸ ਆ ਗਈ, ਮੰਡਲ ਕਮਿਸ਼ਨ ਆ ਗਿਆ, ਰਾਮ ਜਿਹੜਾ ਹੈਗਾ ਸੀਗਾ, ਰਾਮ ਦਾ ਜਿਹੜਾ ਮਿਸ਼ਨ ਉਹਦੇ ਵਿੱਚੋਂ ਆ ਗਿਆ। ਇਹ ਬਹੁਤ ਚੱਲੀ ਜਾਂਦਾ। ਰੋਟੀ ਕੱਪੜਾ ਮਕਾਨ ਆ ਗਿਆ, ਫਿਰ ਹੌਲੀ ਹੌਲੀ ਬਿਜਲੀ ਸੜਕ ਪਾਣੀ ਆ ਗਿਆ, ਫਿਰ ਹਾਂ ਜਿਹੜੇ ਹੁਣ ਨਾਰੇ ਆ ਗਏ ਆ, ਰਾਮ ਰਾਜ ਆ ਗਿਆ ਹੈ, ਫਿਰ ਉਹ ਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵੀ ਗੱਲ ਕੀਤੀ ਸੀ, ਕਿ ਫਿਰ ਕੈਲੀਫੋਰਨੀਆ ਬਣਾਉਣ ਦੀ ਸਟੇਟ ਦੀ ਗੱਲ ਕੀਤੀ ਸੀ। ਇਹ ਸਾਰੇ ਨਾਰੇ ਹੈ, ਨਾਰੋਂ ਕਾ ਕਿਆ। ਹੁਣ ਗੱਲ ਨਾਰਿਆਂ ਤੋਂ ਅੱਗੇ ਨਿਕਲ ਗਈ ਆ। ਤੁਸੀਂ ਬਾਅਦ ਤੇ ਬੱਚਿਆਂ ਦੇ ਬਾਹਰ ਜਾਣ ਦੀ ਮੈਂ ਤਾਂ ਕਹਿੰਦਾ ਵੀ ਜਾਂਦੇ ਆ। ਇਹ ਜਿਹੜਾ ਮਾਈਗ੍ਰੇਸ਼ਨ ਹੈਗੀ ਹੈ ਨਾ ਆਪਣੇ ਸੁਖਵਿੰਦਰ ਜੀ, ਇਹ ਉਦੋਂ ਦੀ ਹੈਗੀ ਆ ਜਦੋਂ ਦਾ ਮਨੁੱਖਤਾ ਦੀ ਹੋਂਦ ਹੈਗੀ ਆ। ਮਾਈਗ੍ਰੇਸ਼ਨ ਉਦੋਂ ਦੀ ਆ। ਲੋਕੀ ਇੱਕ ਥਾਂ ਤੋਂ ਦੂਸਰੇ ਥਾਂ ਤੇ ਜਾਂਦੇ ਆ। ਕਿਹੜੇ ਥਾਂ ਤੇ ਜਾਂਦੇ ਆ? ਜਿਹੜਾ ਥਾਂ ਚੰਗਾ ਲੱਗਦਾ ਹੈ। ਪੰਜਾਬ ਦੇ ਲੋਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਥਾਂ ਜਾਂਦੇ ਆ। ਉਹ ਅਫਗਾਨਿਸਤਾਨ, ਪਾਕਿਸਤਾਨ ਤੇ ਹੋਰ ਪਾਸੇ ਕਿਉਂ ਨਹੀਂ ਜਾਂਦੇ? ਪਹਿਲਾਂ ਰਾਨ ਰਾਖ ਦੇ ਵਿੱਚ ਬਹੁਤ ਜਾਂਦੇ ਸੀ। ਉਹਨਾਂ ਜਾਣਾ ਵਾ, ਉਹ ਕੋਈ ਸਮੱਸਿਆ ਨਹੀਂ, ਤੁਸੀਂ ਰੋਕ ਨਹੀਂ ਸਕਦੇ। ਜਿੰਨਾ ਜ਼ਿਆਦਾ ਰੋਕੋਗੇ ਉਨੀ ਸਮੱਸਿਆ ਆਊਗੀ। ਪਰ ਇਹ ਬਹੁਤ ਅਨਫੋਰਚੂਨੇਟ ਸੀ ਵੀ ਕੁਝ ਸਰਕਾਰਾਂ ਨੇ ਕਿਹਾ ਵੀ 10 ਲੱਖ ਦਾ ਕਰਜ਼ਾ ਦੇਵਾਂਗੇ ਉੱਥੇ ਜਾਣ ਲਈ, ਕਿਸੇ ਨੇ ਕਿਹਾ ਮੈਂ ਆਈਲੈਟਸ ਦੀ ਪੜ੍ਹਾਈ, ਉਹ ਤਾਂ ਵਾਹੀਆਤੀ ਸੀ, ਉਹ ਤਾਂ ਬਹੁਤ ਵੱਡੀ ਫੁਲਿਸ਼ਨੈਸ ਸੀਗੀ। ਇਹਨਾਂ ਦੇ ਪਾਰਟ ਤੇ ਠੀਕ ਹੋ ਸਕਦਾ, ਪਰ ਉਹ ਸਮਾਜਿਕ ਤੌਰ ਤੇ ਉਹ ਬਹੁਤ ਗੰਦਾ ਵਰਤਾਰਾ ਸੀ, ਮਾੜਾ ਵਰਤਾਰਾ ਸੀ, ਘਟੀਆ ਵਰਤਾਰਾ ਸੀਗਾ। ਔਰ ਇੱਕ ਕਿਸਮ ਦਾ ਅਨੈਤਿਕ ਵਰਤਾਰਾ ਸੀਗਾ ਕਿ ਅਸੀਂ ਇੱਥੋਂ ਬੱਚਿਆਂ ਨੂੰ ਬਾਹਰ ਘਲਾਉਣ ਵਾਸਤੇ ਸਰਕਾਰਾਂ ਦੇਣਗੀਆਂ ਪੈਸੇ। ਇਹ ਗੱਲ ਸੀ। ਤੁਸੀਂ ਵਾਤਾਵਰਨ ਪੈਦਾ ਕਰੋ, ਕੋਈ ਸਿਸਟਮ ਪੈਦਾ ਕਰੋ। ਹੋ ਕੀ ਰਿਹਾ ਪੰਜਾਬ ਦੇ ਵਿੱਚ ਪਹਿਲੇ ਸਮੇਂ ਦੇ ਵਿੱਚ, ਖਾਸ ਕਰਕੇ ਜਿਹੜੇ ਅੱਜ ਤੋਂ 10-12 ਸਾਲ ਪਹਿਲਾਂ ਕਿੱਦਾਂ ਲੋਕਾਂ ਦੀਆਂ ਪ੍ਰਾਪਰਟੀਆਂ 'ਤੇ ਕਬਜ਼ਾ ਹੁੰਦਾ ਸੀਗਾ, ਕਿਸ ਤਰੀਕੇ ਨਾਲ ਜਿਹੜਾ ਗੈਂਗਵਾਰ ਸ਼ੁਰੂ ਹੋ ਗਿਆ, ਕਿਸ ਤਰੀਕੇ ਨਾਲ ਹਵਾ ਬਣ ਗਈ, ਕਿਸ ਤਰੀਕੇ ਨਾਲ ਰਾਜ ਕਰਨ ਵਾਲੇ ਜਿਹੜੇ ਸੀ ਬਦਨਾਮ ਹੋ ਗਏ, ਬਦੀ ਵੀ ਸੀ ਬਦਨਾਮ ਵੀ ਹੋ ਗਏ, ਕਿਸ ਤਰੀਕੇ ਨਾਲ ਹਰ ਚੰਗਾ ਮਾੜਾ ਕੰਮ ਉਹਨਾਂ ਦੇ ਨਾਂ ਤੇ ਲੱਗ ਗਿਆ, ਕਿਸ ਤਰੀਕੇ ਨਾਲ ਧੱਕੇਸ਼ਾਹੀ ਹੋਈ। ਤੁਸੀਂ ਇੱਕ ਉਹ ਵਾਤਾਵਰਨ ਕਰਦੇ ਜੇ ਕਿ ਇਸ ਤਰੀਕੇ ਨਾਲ ਨਸ਼ਾ ਇੱਥੇ ਆ, ਕਿਸ ਤਰੀਕੇ ਨਾਲ ਨਸ਼ਾ ਵਿਕਿਆ ਵਾ, ਉਹ ਕਿਸ ਤਰੀਕੇ ਨਾਲ ਨਸ਼ਾ ਵਿਕਾਇਆ ਗਿਆ ਵਾ, ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਸੀਗੀਆਂ ਇਹ ਲੋਕਾਂ ਦਾ ਰਹਿਣਾ ਮੁਸ਼ਕਲ ਕਰ ਦਿੱਤਾ। ਪਿੰਡਾਂ ਦੇ ਵਿੱਚ ਤੁਸੀਂ 7 ਵਜੇ ਤੋਂ ਬਾਅਦ ਲਾਗਲੇ ਸ਼ਹਿਰ ਨਹੀਂ ਜਾ ਸਕਦੇ, ਲੁੱਟ ਖੋਹ ਆਮ ਹੋ ਗਈ। ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਤੁਹਾਡੀ ਦਰਜ ਕਰਦਾ, ਕੋਈ ਕੰਮ ਪੈਸੇ ਤੋਂ ਬਿਨਾਂ ਨਹੀਂ ਹੁੰਦਾ। ਅਦਾਲਤ ਜਿਹੜੀਆਂ ਤੁਹਾਡੀਆਂ ਕਚਹਿਰੀਆਂ ਜਿਹੜੀਆਂ ਖਾਸ ਕਰਕੇ ਆ ਜਿਹੜੀਆਂ ਤਹਿਸੀਲਾਂ ਹੈਗੀਆਂ ਕਰਪਸ਼ਨ ਨਾਲ ਭਰੀਆਂ ਪਈਆਂ। ਥਾਣੇਦਾਰ ਜਿਹੜੇ ਹੈਗੇ ਆ ਦੂਸਰੇ ਤੀਸਰੇ ਆ, ਕੋਈ ਤੁਹਾਡੀ ਫਰਿਆਦ ਨਹੀਂ ਸੁਣਦਾ ਉੱਥੇ। ਪਿੰਡ ਦਾ ਸਰਪੰਚ ਨੂੰ ਤੁਸੀਂ ਲਾਰਜਰ ਦੈਨ ਸਾਈਜ਼ ਬਣਾ ਦਿੱਤਾ, ਉਹਨੇ ਆਪਣੀਆਂ ਗੱਡੀਆਂ ਦੇ ਉੱਤੇ ਲਾਲ ਬੱਤੀਆਂ ਲਾ ਲਈਆਂ। ਇਹ ਕਿਹੜਾ ਵਰਤਾਰਾ ਪੈਦਾ ਕੀਤਾ? ਉਹ ਵਰਤਾਰੇ ਨੇ ਇਨਸਿਕਿਉਰਿਟੀ ਪੈਦਾ ਕੀਤੀ ਆ। ਇੱਕ ਤਾਂ ਇਹ ਹੋਇਆ ਕਿ ਲੋਕੀ ਕੌਨਸ਼ੀਅਸ ਹੋਏ, ਫੈਮਿਲੀ ਸਾਈਜ਼ ਘਟ ਗਏ, ਪਰਿਵਾਰਾਂ ਦੇ ਸਾਈਜ਼ ਛੋਟੇ ਹੋ ਗਏ।
ਹਰ ਬੱਚਾ, ਹਰ ਮਾਂ ਪਿਓ ਆਪਣੇ ਬੱਚੇ ਨੂੰ ਪੜਾਉਣਾ ਚਾਹੁੰਦਾ, ਉਹਦੇ ਚੰਗੇ ਭਵਿੱਖ ਦੀ ਗੱਲ ਕਰਦਾ। ਤੁਸੀਂ ਨੌਕਰੀਆਂ ਬੰਦ ਕਰਤੀਆਂ, ਖਾਸ ਕਰਕੇ ਇਸ ਸਰਕਾਰ ਤੋਂ ਪਹਿਲੀ ਸਰਕਾਰ ਨੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗਣ ਵਾਸਤੇ 15,000 ਰੁਪਏ ਦੇ ਉੱਤੇ ਜਿਹੜਾ 3 ਸਾਲ ਦਾ ਪ੍ਰੋਬੇਸ਼ਨ ਰੱਖ ਦਿੱਤਾ। ਤੁਸੀਂ ਇੱਕ ਉਸ ਸਮੇਂ ਹੱਸਦੇ ਹੁੰਦੇ ਸੀ ਸਾਡੇ, ਅਸੀਂ ਵੀ ਤੁਸੀਂ ਆਪਣਾ ਡਰਾਈਵਰ ਕਿਉਂ ਮੰਗਣਾ, ਕਿਸੇ ਨੂੰ ਕਹਿਣਾ ਵੀ ਮੇਰਾ ਯਾਰ ਗੱਡੀ ਚਲਾਉਣ ਵਾਸਤੇ ਉਹ 20,000 ਰੁਪਇਆ ਮੰਗਦਾ, ਤੁਸੀਂ ਯੂਨੀਵਰਸਿਟੀ ਪ੍ਰੋਫੈਸਰ ਨੂੰ 15,000 ਤੇ ਲਾ ਰਹੇ ਹੋ। ਤੁਸੀਂ ਸਾਰੀਆਂ ਨੌਕਰੀਆਂ ਜਿਹੜੀਆਂ ਹੈਗੀਆਂ ਉਹ ਬੇਸਿਕ ਪੇ ਦੇ ਉੱਤੇ ਰੱਖ ਦਿੱਤੀਆਂ, ਤੁਸੀਂ ਕੰਟਰੈਕਟ ਦੇ ਉੱਤੇ ਲਾਏ, ਤੁਸੀਂ ਠੇਕੇਦਾਰ ਲਾਏ। ਇਹਨਾਂ ਨੇ ਲੋਕਾਂ ਦੀ ਆਸ ਖਤਮ ਕਰਤੀ। ਸੁਖਵਿੰਦਰ ਜੀ, ਜਦੋਂ ਵਿਅਕਤੀ ਦੀ ਆਸ ਖਤਮ ਹੁੰਦੀ ਆ, ਉਸ ਆਈਸੋਲੇਸ਼ਨ ਪੈਦਾ ਹੁੰਦੀ, ਤੁਹਾਡੀ ਸੈਂਸ ਆਫ ਬਿਲੋਂਗਿੰਗ ਖਤਮ ਹੋ ਜਾਂਦੀ। ਕਿਸ ਪੰਜਾਬ ਦੀ ਗੱਲ ਆਪਾਂ ਕਰਦੇ ਹਾਂ, ਕਿਸ ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਉਹਦੇ ਤੇ ਕੋਈ ਪੁਰਾਣਾ ਇਤਿਹਾਸ ਕੰਮ ਨਹੀਂ ਕਰਦਾ, ਉਹਦੇ ਵਿੱਚ ਕੋਈ ਪੁਰਾਣੀ ਸਾਡੀ ਜਿਹੜੀ ਹੈਗੀਆਂ ਵੱਡੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਖਾਸ ਕਰਕੇ ਪ੍ਰਾਪਤੀਆਂ ਹੁੰਦੀਆਂ, ਚਾਹੇ ਉਹ ਧਰਮ ਦੇ ਨਾਂ ਤੇ ਹੁੰਦੀਆਂ, ਉਹ ਕੋਈ ਕੰਮ ਨਹੀਂ ਕਰਦੀ। ਹਰ ਵਿਅਕਤੀ ਜਿਹੜਾ ਹੈਗਾ ਉਹ ਆਟੋਨਮਸ ਹੋ ਗਿਆ, ਉਹ ਇੰਡੀਵਿਜੂਅਲ ਹੋ ਗਿਆ, ਉਹ ਆਪਣਾ ਹਿੱਤ ਪਹਿਲੋਂ ਦੇਖਦਾ, ਇਸ ਕਰਕੇ ਉਹ ਆਪਣੇ ਹਿੱਤ ਨੂੰ ਸੇਫ ਕਰਦਾ। ਜਦੋਂ ਲੋਕਾਂ 'ਚ ਇਹ ਆ ਗਿਆ ਵੀ ਅਸੀਂ ਇੱਥੇ ਸੇਫ ਹੀ ਨਹੀਂ ਹੈ, ਸਾਡਾ ਬੱਚਾ ਕਿਸੇ ਵੀ ਮਾੜੀ ਸੰਗਤ 'ਚ ਪੈ ਸਕਦਾ। ਲਾਹਨਤ ਤਾਂ ਉਦੋਂ ਹੋਈ ਜਦੋਂ ਸਕੂਲਾਂ ਦੇ ਵਿੱਚ ਨਸ਼ਾ ਜਿਹੜਾ ਵਿਕਦਾ ਸੀ, ਆਮ ਸ਼ਰੇਆਮ ਵਿਕਦਾ ਜਿਹੜਾ ਸੀਗਾ, ਉਹ ਰਿਪੋਰਟ ਕੀਤਾ ਜਾਂਦਾ ਸੀਗਾ, ਐਜੂਕੇਸ਼ਨ ਇੰਸਟੀਚਿਊਟ ਤੱਕ ਪਹੁੰਚ ਗਿਆ। ਇਹ ਤਾਂ ਹੋਇਆ ਕਿ ਬੱਚੀਆਂ ਤੱਕ ਪਹੁੰਚ ਗਿਆ, ਮਰਡਰ ਸਕੂਲਾਂ ਦੇ ਵਿੱਚ ਹੋਣੇ ਸ਼ੁਰੂ ਹੋ ਗਏ। ਕੌਣ ਜ਼ਿੰਮੇਵਾਰ ਆ? ਇਹ ਜਿਹੜੇ ਉਸ ਸਮੇਂ ਦੇ ਹਾਕਮ ਸੀਗੇ, ਉਹ ਜ਼ਿੰਮੇਵਾਰ ਆ। ਉਹਨਾਂ ਨੇ ਸਾਡਾ ਜੀਣਾ ਜਿਹੜਾ ਮੁਸ਼ਕਿਲ ਕਰ ਦਿੱਤਾ। ਇਸ ਕਰਕੇ ਮਨੁੱਖ ਲਈ ਦੋ ਚੀਜ਼ਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇੱਕ ਉਹਦੀ ਆਪਣੀ ਜਿਹੜੀ ਹੈਗੀ ਸੇਫਟੀ, ਹਰ ਬੰਦਾ ਜੀਣਾ ਚਾਹੁੰਦਾ ਹੈ, ਹਰ ਬੰਦਾ ਰਹਿਣਾ ਚਾਹੁੰਦਾ ਹੈ, ਹਰ ਬੰਦਾ ਆਸਵਾਨ ਹੁੰਦਾ। ਸਾਡੇ ਦੇਸ਼ ਦੇ ਵਿੱਚ ਡੈਮੋਕ੍ਰੇਸੀ ਇੰਨਾ ਲੰਮਾ ਸਰਵਾਈਵ ਕਰਨ ਦਾ ਜਾਂ ਉਹਦੀਆਂ ਡੂੰਘੀਆਂ ਜੜ੍ਹਾਂ ਹੋਣ ਦਾ ਕਾਰਨ ਇਹ ਆ, ਇਸ ਡੈਮੋਕ੍ਰੇਸੀ ਨੇ ਲੋਕਾਂ ਦੀ ਆਸ ਨੂੰ ਜਗਾਈ ਰੱਖਿਆ। ਅਸੀਂ ਇਹਦੇ ਉੱਤੇ ਕੰਟੀਨਿਊਸਲੀ ਸਟੱਡੀ ਕਰਦੇ ਰਹੇ ਹਾਂ, ਸਟੇਟ ਆਫ ਡੈਮੋਕ੍ਰੇਸੀ ਇਨ ਇੰਡੀਆ। ਇੰਨੀ ਭੁੱਖ ਨੰਗ ਸੀਗੀ, ਇੰਨੀ ਸਭ ਤੋਂ ਵੱਧ ਗਰੀਬੀ ਆ, ਇੰਨੀ ਭੁੱਖ ਨੰਗ ਵਾ, ਇੰਨੀ ਬੇਰੁਜ਼ਗਾਰੀ ਆ, ਇੰਨਾ ਮਾੜਾ ਹਾਲ ਆ, ਇੰਨੀ ਲੋਕੀ ਅੰਨੇ ਆ, ਇਹ ਸਭ ਦੁਨੀਆ ਦੇ ਜਿਹੜੇ ਹੈਗੇ ਅਨਪੜ੍ਹ ਇੱਕ ਪਾਸੇ ਆ, ਅਸੀਂ ਦੂਸਰੇ ਪਾਸੇ ਆ। ਹਰ ਕਿਸਮ ਦੀ ਜਹਾਲਤ ਹੋਣ ਦੇ ਬਾਵਜੂਦ ਵੀ ਲੋਕਾਂ ਦਾ ਡੈਮੋਕ੍ਰੈਟਿਕ ਸਿਸਟਮ ਦੇ ਉੱਤੇ ਵਿਸ਼ਵਾਸ ਕਾਇਮ ਰਿਹਾ। ਔਰ 1952 ਤੋਂ ਲੈ ਕੇ 1919 ਤੱਕ, 2019 ਤੱਕ ਲਗਾਤਾਰ ਉਹਨਾਂ ਦਾ ਵੋਟਾਂ ਦੇ ਵਿੱਚ ਪਾਰਟਿਸਿਪੇਸ਼ਨ ਵੱਧਦੀ ਰਹੀ। ਉਹਦਾ ਕਾਰਨ ਇਹ ਸੀਗਾ, ਇਸ ਲੋਕਤੰਤਰ ਨੇ ਲੋਕਾਂ ਦੀ ਇਹ ਆਸ ਜਗਾਈ ਰੱਖੀ ਕਿ ਸਾਡਾ ਆਉਣ ਵਾਲਾ ਭਵਿੱਖ ਚੰਗਾ, ਸਾਡੇ ਚੰਗੇ ਦਿਨ ਆਉਣਗੇ। ਜਿਹੜੇ ਮੋਦੀ ਸਾਹਿਬ ਨੇ 2014 ਦੇ ਵਿੱਚ ਲੋਕਾਂ ਦੀ ਨਬਜ਼ ਬਣੀ, ਅੱਛੇ ਦਿਨ ਆਏਂਗੇ, ਔਰ ਉਹੀ ਆਸ ਦੇ ਨਾਲ ਜੁੜੇ ਰਹੇ। ਜਦੋਂ ਲੋਕਾਂ ਨੂੰ ਆਸ ਨਹੀਂ ਰਹਿੰਦੀ, ਜਦੋਂ ਆਸ ਮਾਰੀ ਜਾਂਦੀ ਆ, ਤੇ ਫਿਰ ਜਿਹੜਾ ਹੈਗਾ ਕੋਈ ਨਾ ਕੋਈ ਵੇ ਆਊਟ ਲੱਭਦਾ। ਪੰਜਾਬ ਦੇ ਵਿੱਚ ਖਾਸ ਕਰਕੇ ਬਾਹਰ ਜਾਣ ਦਾ ਸਭ ਤੋਂ ਜਿਹੜਾ ਹੈਗਾ ਸੀ ਪੁਰਾਣਾ ਜਿਹੜਾ ਹੈਗਾ ਇਤਿਹਾਸ ਹੈਗਾ, 1885 ਦੇ ਵਿੱਚ, 86 ਦੇ ਵਿੱਚ ਜਿਹੜਾ ਇੱਥੋਂ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਇੱਕ ਇੱਥੇ ਨਕੋਦਰ ਦੇ ਕੋਲ ਪਿੰਡ ਹੈਗਾ, ਨਾਮ ਮੈਨੂੰ ਭੁੱਲ ਗਿਆ, ਜਿੱਥੋਂ ਦੇ ਆਪਣੇ ਸੀਗੇ ਜਿਨ੍ਹਾਂ ਨੇ ਉਹ ਸਿੱਖ ਜੰਤਰੀ ਦਿੱਤੀ ਸੀਗੀ, ਪੁਰੇਵਾਲ, ਪਾਲ ਸਿੰਘ ਪੁਰੇਵਾਲ ਦਾ ਪਿੰਡ ਹੈਗਾ ਵਾ, ਸ਼ੰਕਰ ਪਿੰਡ ਆ। ਸਭ ਤੋਂ ਪਹਿਲਾਂ ਬੰਦਾ ਜਿਹੜਾ ਦੇਵਾ ਸਿੰਘ ਸੀ 1885 ਦੇ ਵਿੱਚ ਫਿਜ਼ੀ ਵਾਲੇ ਪਾਸੇ ਚਲ ਗਿਆ ਸੀ। ਉਸ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਆਮ ਜਾਣਾ ਸ਼ੁਰੂ ਹੋ ਗਿਆ। ਆਸ ਵਾ, ਹੋਪ ਵਾ, ਸਾਡੀ ਲਿੰਕੇਜ ਹੈਗੀ ਆ, ਰਿਲੇਸ਼ਨਸ਼ਿਪ ਆ। ਹੁਣ ਮੀਡੀਆ ਦਾ ਜ਼ਮਾਨਾ ਹੈ, ਬੱਚਿਆਂ ਨੂੰ ਲੱਗਦਾ ਉੱਥੇ ਜ਼ਿੰਦਗੀ ਸੌਖੀ ਆ, ਉਹ ਕੰਮ ਬਹੁਤ ਕਰਦੇ ਆ, ਉਹ ਕੰਮ ਇੱਥੇ ਵੀ ਕਰ ਸਕਦੇ ਆ, ਪਰ ਸਾਡਾ ਜਿਹੜਾ ਇੱਥੋਂ ਦਾ ਢਾਂਚਾ ਹੈ, ਜਿਹੜੇ ਹਾਲਾਤ ਹੈ, ਹੁਣ ਤੁਸੀਂ ਕਿਸੇ ਨੂੰ ਕਹੋਗੇ ਕਿਉਂ ਜਾਂਦਾ ਹੈ, ਇਸ ਵੇਲੇ ਇਹ ਪੰਜਾਬ ਦੀ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਤਰਾਸਦੀ ਹੋਣੀ ਆ। ਜਦੋਂ 2021 ਦੀ ਸੈਂਸਸ ਹੋਈ, ਤੁਹਾਡੀ ਡੈਕਾਡਲ ਗਰੋਥ ਜਿਹੜੀ ਪਾਪੂਲੇਸ਼ਨ ਦੀ ਉਹ ਬਹੁਤ ਘੱਟ ਵਾ। ਇੱਥੇ ਜਿਹੜਾ ਬਹੁਤ ਇੱਕ ਡੈਲੀਕੇਟ ਬੈਲੈਂਸ ਸੀਗਾ, ਠੀਕ ਆ, ਸਾਡੇ ਬਹੁਤ ਵਧੀਆ ਰਿਲੀਜੀਅਸ ਸੁਹਾਦ ਹੈਗਾ ਵਾ, ਸਾਡੇ ਉਹ ਨਹੀਂ ਹੈਗਾ, ਪਰ ਸਾਡੇ ਦੇਸ਼ ਦੀ ਰਾਜਨੀਤੀ ਦੇ ਵਿੱਚ ਉਹ ਜਿਹੜਾ ਰਿਲੀਜਨ ਬੇਸਡ ਜਿਹੜੀ ਹੈਗੀ ਪੋਲਿਟਿਕਸ ਬਹੁਤ ਜਿਹੜੀ ਉਹਨੂੰ ਮੈਂ ਕਹਿੰਦਾ ਵੀ ਮਾੜੀ ਹੈਗੀ ਆ, ਉਹ ਹੋਰ ਸਮੱਸਿਆ ਸਾਡੇ ਨਾਲ ਪੈਦਾ ਹੋਣੀ ਆ। ਤੇ ਦੂਸਰੀ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ, ਵੈਲ ਟੂ ਡੂ ਪਾਪੂਲੇਸ਼ਨ ਮਾਈਗ੍ਰੇਟ ਕਰ ਰਹੀ ਆ ਆਪਣੇ ਸੁਖਵਿੰਦਰ ਜੀ, ਜਿਹੜੇ ਚੰਗੇ ਆ, ਖਾਂਦੇ ਪੀਂਦੇ ਵੱਡੀ ਗਿਣਤੀ ਦੇ ਵਿੱਚ। ਔਰ ਜਦੋਂ ਉਹ ਚਲੇ ਜਾਣਗੇ ਤੇ ਜਿਹੜਾ ਪ੍ਰੈਸ਼ਰ ਹੋਊਗਾ ਰਾਜਨੀਤੀ ਦੇ ਉੱਤੇ, ਫਿਰ ਉਹੀ ਹੋਊਗਾ ਜਿੱਦਾਂ ਇੱਕ ਮਜ਼ਦੂਰ ਨੇ ਆਪਣੀ ਵਾਰਤਾ ਸੁਣਾਤੀ, ਮੈਂ ਆਪਣੀ ਸੁਣਾਈ ਜਾਊਂਗਾ, ਤੁਸੀਂ ਆਪਣੀ ਸੁਣਾਈ ਜਾਓਗੇ, ਤੇ ਫਿਰ ਬਹਿ ਕੇ ਵਿਚਾਰ ਕਿਹੜਾ ਕਰੂ ਉਹਦੇ ਉੱਤੇ। ਤੋ ਇਸ ਕਰਕੇ ਇਹ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਸਮੱਸਿਆਦਾਇਕ ਹੈ। ਇਸ ਸਰਕਾਰ ਦਾ ਇਸ ਵੇਲੇ ਫਰਜ਼ ਬਣਦਾ ਹੈ, ਇਹਨਾਂ ਨੂੰ ਪਾਲਿਸੀ ਬਣਾਉਣੀ ਚਾਹੀਦੀ ਆ। ਸਿਰਫ ਰਾਜ ਬਦਲਣ ਦੇ ਨਾਲ, ਪਾਰਟੀ ਬਦਲਣਾ ਕੁਛ ਨਹੀਂ ਹੁੰਦਾ। ਲੋਕਾਂ ਨੇ ਵੋਟਾਂ ਪਾਈਆਂ ਕਿ ਸਾਨੂੰ ਆਲਟਰਨੇਟਿਵ ਪੋਲਿਟਿਕਸ ਚਾਹੀਦੀ ਆ, ਬਦਲਵੀਂ ਰਾਜਨੀਤੀ ਚਾਹੀਦੀ ਆ। ਬਦਲਵੀਂ ਰਾਜਨੀਤੀ ਜਿਹੜੀ ਆ, ਉਹਦੇ ਕੋਈ ਨਾ ਕੋਈ ਸਿਧਾਂਤ ਹੁੰਦੇ ਆ, ਉਹਦਾ ਕੋਈ ਨਾ ਕੋਈ ਮਾਡਲ ਹੁੰਦਾ। ਕੀ ਇਹਨਾਂ ਕੋਈ ਇੰਨਾ ਸਮਾਂ ਹੈਗਾ ਉਹਦਾ ਮਾਡਲ ਬਣਾਇਆ ਜਾਵੇ ਪੰਜਾਬ ਨੂੰ ਸਾਹਮਣੇ ਰੱਖ ਕੇ? ਪਿਛਲੇ ਸਮੇਂ 'ਚ ਹੋਇਆ
ਜਿੱਦਾਂ ਰਾਜ ਸਭਾ ਦੇ ਵਿੱਚ ਰਿਪਰੈਜ਼ੈਂਟੇਸ਼ਨ ਸੀਗੀ, ਉਹ ਪੰਜਾਬ ਦਾ ਮੈਨੂੰ ਲੱਗਦਾ ਕਿ ਮਾਡਲ ਜਿਹੜਾ ਹੈਗਾ ਸੀਗਾ, ਉਹਨੂੰ ਹੋਰ ਧਿਆਨ ਦੇਣ ਦੀ ਲੋੜ ਹੈਗੀ ਸੀ, ਉਹਦੇ ਉੱਤੇ ਰਿਪਰੈਜ਼ੈਂਟੇਸ਼ਨ ਹੋਰ ਵਧਾਉਣੀ ਚਾਹੀਦੀ ਸੀਗੀ। ਐਗਰੀਕਲਚਰ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ, ਸਾਡੇ ਕੋਲ ਇੰਨੇ ਵਧੀਆ ਐਗਰੀਕਲਚਰ ਐਕਸਪਰਟ ਹੈਗੇ ਸੀਗੇ ਜਿਹੜੇ ਪੰਜਾਬ ਬਾਰੇ ਸੋਚਦੇ ਆ, ਜਿਹੜੇ ਕਿਸੇ ਪਾਰਟੀ ਨਾਲ ਜੁੜੇ ਨਹੀਂ ਹੈਗੇ ਹੈ, ਜਾਂ ਯੂਥ ਦੀ ਰਿਪਰੈਜ਼ੈਂਟੇਸ਼ਨ ਠੀਕ ਆ, ਸਪੋਰਟਸ ਵਾਲੀ ਯੂਥ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਸੀਗੀ, ਜਾਂ ਇਸ ਕਿਸਮ ਦੀ ਰਿਪਰੈਜ਼ੈਂਟੇਸ਼ਨ ਚਾਹੀਦੀ ਸੀ ਜਿਹੜੇ ਲੋਕੀ ਇੱਥੇ, ਜਾਂ ਜਿਹੜੀ ਲੈਗੇਸੀ ਆ ਸਾਡੀ, ਜਿਸ ਪੰਜਾਬ ਦੇ ਸਿਰ ਦੇ ਉੱਤੇ ਅਸੀਂ ਜਿਹੜਾ ਸਾਨੂੰ ਮਾਣ ਹੈ, ਜਾਂ ਜਿਸ ਪੰਜਾਬ ਦੇ ਸਿਰ ਤੇ ਸਾਨੂੰ ਕੌਨਫੀਡੈਂਸ ਆ ਕਿ ਅਸੀਂ ਕਿਸੇ ਵੀ ਹਾਕਮ ਦੇ ਨਾਲ, ਚਾਹੇ ਕਿੰਨਾ ਵੀ ਤਾਕਤਵਰ ਹੋਵੇ, ਉਹਦੇ ਨਾਲ ਲੜਾਈ ਲੜ ਸਕਦੇ ਹਾਂ, ਲੜਾਈ ਜਿੱਤ ਸਕਦੇ ਹਾਂ। ਉਹਨਾਂ ਦੇ ਡਿਸੈਂਡੈਂਟ ਸਾਡੇ ਕੋਲ ਬੈਠੇ ਹੈਗੇ ਆ, ਹੈ ਅਸੀਂ ਉਹਨਾਂ ਨੂੰ ਵੀ ਇਹ 'ਚ ਪਾਰਟਿਸਿਪੇਟ ਕਰਵਾ ਸਕਦੇ ਸੀਗੇ। ਤੋ ਇਸ ਕਰਕੇ ਇਹ ਸਾਰਾ ਮਸਲਾ ਤਾਂ ਹੱਲ ਹੁੰਦਾ ਕੋਈ ਪਾਲਿਸੀ ਮੈਟਰ ਬਣੇ, ਉੱਥੇ ਲੋਕੀ ਸਿਰ ਜੋੜਨ, ਲੋਕਾਂ ਨੂੰ ਨਾਲ ਲੈਣ। ਅੱਜ ਕੱਲ੍ਹ ਤਾਂ ਕੰਮ ਹੀ ਬੜਾ ਵਧੀਆ, ਤੁਸੀਂ ਲੋਕਾਂ ਕੋਲ ਲੈ ਲਓ ਫੀਡਬੈਕ, 10 ਦਿਨਾਂ ਦੇ ਵਿੱਚ ਤੁਹਾਡੇ ਕੋਲ ਵਿਚਾਰ ਆ ਜਾਣਗੇ, ਸਾਰੇ ਵਿਚਾਰ ਸਾਂਝੇ ਰੱਖ ਲਓ, ਜਿਹੜੇ ਸਾਂਝੇ ਵਿਚਾਰ ਹੈਗੇ ਉਹ ਫਿਰ ਦੁਬਾਰਾ ਲੋਕਾਂ ਨੂੰ ਪਾ ਦਿਓ, ਭਾਈ ਇੰਨੇ ਲੱਖ ਲੋਕਾਂ ਨੂੰ ਪੁੱਛਿਆ, ਇੰਨੇ ਲੋਕਾਂ ਦੀ ਸਾਨੂੰ ਰਾਏ ਆਈ, ਇਹਨਾਂ ਸਾਰਿਆਂ ਦੀ ਰਾਏ ਦੇ ਵਿੱਚ ਆਹ ਪੁਆਇੰਟ ਕਾਮਨ ਸੀਗੇ, ਚਾਹੇ ਉਹ ਖੇਤੀ ਨਾਲ ਸੀਗੇ, ਚਾਹੇ ਐਜੂਕੇਸ਼ਨ ਨਾਲ ਸੀਗੇ, ਚਾਹੇ ਬਾਹਰ ਜਾਣ ਵਾਲੇ ਸੀਗੇ, ਚਾਹੇ ਇਨਵੈਸਟਮੈਂਟ ਵਾਲੇ ਸੀਗੇ, ਚਾਹੇ ਹੈਲਥ ਸੀਗੇ, ਤੁਸੀਂ ਲੈ ਲਓ ਉਹਦੇ ਵਿੱਚੋਂ। ਹਾਂ, ਮੈਂ ਕੁਐਸਚਨਰ ਬਣਾ ਦੇਣਾ ਇਹਦਾ, ਜੇ ਇਹਨਾਂ ਨੂੰ ਚਾਹੁੰਦੇ ਆ ਤੇ ਮੈਂ ਇਹਦਾ ਇੱਕ ਸਵਾਲ ਬਣਾ ਦੇਣਾ ਇਹਦੇ ਵਿੱਚੋਂ ਕੁਐਸਚਨਰ, ਜਿਹਦੇ ਉੱਤੇ ਲੋਕਾਂ ਕੋਲ ਰਾਏ ਲੈ ਲੈਣ, ਔਰ ਰਾਏ ਲੈ ਕੇ ਜਿਹੜਾ ਜੋ ਲੋਕ ਕਹਿੰਦੇ ਆ ਉਹਨਾਂ ਨੂੰ ਆਨਲਾਈਨ ਕਰ ਦੇਣ, ਉਹਨਾਂ ਦੇ WhatsApp ਤੇ ਭੇਜ ਦੇਣ। ਤੇ ਜਿੱਦਾਂ ਇਹਨਾਂ ਨੇ ਲਿਆ ਸੀ ਆਪਣੇ ਜੋ CM ਸਾਹਿਬ ਨੂੰ ਬਣਾਇਆ, ਕਹਿੰਦੇ ਕਿੰਨੇ ਲੱਖ ਲੋਕਾਂ ਕੋਲ ਲਿਆ, ਉਹਨਾਂ ਲੋਕਾਂ ਕੋਲ ਲੈ ਲੈਣ, 10 ਦਿਨਾਂ ਦਾ ਟਾਈਮ ਦੇ ਦੇਣ ਉਹਨਾਂ ਨੂੰ, ਭਾਈ ਤੁਸੀਂ ਆਪਣੀ ਰਾਏ ਜਿਹੜੀ ਹੈਗੀ ਇਹਦੇ ਉੱਤੇ ਲਿਖ ਕੇ ਭੇਜ ਦਿਓ, ਉੱਥੇ ਬਿਠਾ ਕੇ ਬੰਦਿਆਂ ਨੂੰ ਪਾਲਿਸੀ ਬਣਾ ਲਓ, ਲੋਕੀ ਇਨਵੋਲਵ ਹੋ ਜਾਣਗੇ। ਇਸ ਕਰਕੇ ਇਹ ਸਰਕਾਰ ਲਈ ਵੀ ਬਹੁਤ ਜ਼ਰੂਰੀ ਆ, ਪੰਜਾਬ ਦੇ ਲੋਕਾਂ ਲਈ ਵੀ ਬਹੁਤ ਜ਼ਰੂਰੀ ਆ ਕਿ ਜੋ ਵੀ ਇਹਨਾਂ ਦਾ ਏਜੰਡਾ ਹੈਗਾ, ਜੋ ਵੀ ਇਹਨਾਂ ਵਾਅਦੇ ਕੀਤੇ ਆ, ਉਹਨਾਂ ਵਾਅਦਿਆਂ ਦੇ ਉੱਤੇ ਇੱਕ ਪਾਲਿਸੀ ਮੈਟਰ ਜਿਹੜਾ ਹੈਗਾ ਵਾ, ਉਹਨੂੰ ਅਖਤਿਆਰ ਕਰਨ ਤੋਂ ਪਹਿਲਾਂ ਉਹਦਾ ਏਜੰਡਾ ਜਿਹੜਾ ਹੈਗਾ ਉਹ ਤੈਅ ਕਰ ਲਿਆ ਜਾਵੇ, ਤਾਂ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵਾ ਉਹਨਾਂ ਨੂੰ ਇਹ ਨਾ ਮੌਕਾ ਮਿਲੇ ਕਿ ਏਜੰਡਾ ਦਿੱਲੀੋਂ ਆਇਆ ਵਾ, ਜਾਂ ਏਜੰਡਾ ਫਲਾਣੇ ਥਾਂ ਆਇਆ ਵਾ, ਜਾਂ ਉੱਥੋਂ ਆਇਆ ਵਾ। ਉਹ ਕਹਿਣੇ ਏਜੰਡਾ ਲੋਕਾਂ ਦਾ ਵਾ, ਇੱਕ ਤੇ ਲੋਕਾਂ ਦਾ ਏਜੰਡਾ ਬਣ ਜਾਊਗਾ, ਇਹਨਾਂ ਦੀ ਪੋਜੀਸ਼ਨ ਤਕੜੀ ਹੋ ਜਾਊਗੀ, ਇੱਕ ਲੋਕੀ ਇਹਨਾਂ ਦੇ ਨਾਲ ਜੁੜ ਜਾਣਗੇ, ਕਿਉਂਕਿ ਇਸ ਦੇਸ਼ ਦੇ ਵਿੱਚ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੀ ਆ। ਇਹਦੀ ਬਿਊਟੀ ਸਾਡੀ ਡੈਮੋਕ੍ਰੇਸੀ ਦੀ ਹੈ, ਅਗਲੇ 2 ਸਾਲਾਂ ਨੂੰ ਪਾਰਲੀਮੈਂਟ ਦੀ ਆਉਣ ਵਾਲੀ ਆ, ਹੈ ਥੋੜੇ ਸਮੇਂ ਬਾਅਦ ਮੇਰੇ ਖਿਆਲ ਆ ਪੰਚਾਇਤਾਂ ਦੀ ਤੇ ਆ ਜਿਹੜੀਆਂ ਦੂਸਰੀਆਂ ਹੈਗੀਆਂ ਕਾਰਪੋਰੇਸ਼ਨਾਂ ਦੀ ਆ ਜਾਣੀ ਆ। ਤਾਂ ਇਲੈਕਸ਼ਨ ਦਾ ਮੇਲਾ ਤਾਂ ਲੱਗਾ ਰਹਿੰਦਾ, ਪੋਲੀਟੀਸ਼ੀਅਨ ਇਲੈਕਸ਼ਨ ਜਿੱਤਣੀ ਹੁੰਦੀ ਆ। ਇਹਨਾਂ ਨੂੰ ਦੇ ਸ਼ੁੱਡ ਮੂਵ ਫਰੋਮ ਬੀਇੰਗ ਏ ਪੋਲੀਟੀਸ਼ੀਅਨ ਟੂ ਦਾ ਸਟੇਟਸਮੈਨ। ਕਿ ਮੈਂ ਅੱਜ ਕੱਲ੍ਹ ਸੁਣਦਾ ਰਹੀ ਨਾ, ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਖਾਸ ਕਰਕੇ ਵੀਡੀਓ ਆਉਂਦੀਆਂ ਵਾ, ਉਹਦੇ ਵਿੱਚ ਤਾਂ ਉਹਨਾਂ ਨੂੰ ਜਿਹੜੀ ਜਿਹਨੂੰ ਕਮਾਲ ਦੀ ਸਮਝ ਹੈਗੀ ਇਸ ਮਾਮਲੇ ਦੇ ਵਿੱਚ, ਕਿ ਜਿਹੜਾ ਜਿਸ ਸਰਕੈਸਟਿਕ ਵੇ ਦੇ ਨਾਲ ਉਹ ਸਿਸਟਮ ਦੇ ਉੱਤੇ ਤੰਜ ਕੱਸਦੇ ਆ, ਜਾਂ ਉਹ ਕੰਮ ਕਰ ਵੀ ਰਹੇ ਆ, ਤੇ ਇਹਨੂੰ ਹੋਰ ਜ਼ਿਆਦਾ ਜਿਹੜਾ ਸੋਲਿਡ ਕਰਨ ਵਾਸਤੇ ਇਹਨੂੰ ਫਰੇਮਵਰਕ ਦੇਣ ਦੀ ਲੋੜ ਹੈਗੀ, ਇੱਕ ਫਰੇਮ 'ਚ ਲਿਆਉਣ ਦੀ ਲੋੜ ਹੈਗੀ ਆ। ਫਿਰ ਜਿਹੜਾ ਮਰਜ਼ੀ ਆਉਂਦਾ ਰਹੇ, ਜਾਂਦਾ ਰਹੇ, ਜਿਹਨੂੰ ਮਰਜ਼ੀ ਬਿਠਾ ਦਿਓ ਤੁਸੀਂ, ਉਹ ਕੰਮ ਚੱਲੀ ਜਾਂਦਾ ਉਸ ਤਰੀਕੇ ਨਾਲ। ਸੋ ਉਸ ਚੀਜ਼ ਦੀ ਮੈਨੂੰ ਲੱਗਦਾ ਇਸ ਸਮੇਂ ਲੋੜ ਆ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਸਨ ਹੋਗੇ ਸਿਆਸੀ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ। ਅਖੀਰ ਦੇ ਵਿੱਚ ਇੱਕੋ ਗੱਲ ਹੈ ਕਿ ਲੋਕ ਬੜੀ ਬੇਸਬਰੀ ਨਾਲ ਉਡੀਕ ਕਰਦੇ ਸੀ ਬਦਲਾਅ ਦੀ। ਬਦਲ ਆ ਗਿਆ, ਸਿਆਸੀ ਬਦਲ ਆ ਗਿਆ, ਪਰ ਹੁਣ ਲੋਕ ਕਹਿੰਦੇ ਨੇ ਕਿ ਜੇ ਵਾਕਈ ਤੁਹਾਡੀ ਨੀਅਤ ਚੰਗੀ ਹੈ, ਤੁਹਾਡੇ ਹੱਥ ਵਿੱਚ ਕਲਮ ਹੈ, ਨੀਤੀਆਂ ਘੜੋ, ਲੋਕਾਂ ਦੇ ਪੱਖ ਦੇ ਵਿੱਚ ਨੀਤੀਆਂ ਹੋਣ, ਤਾਂ ਲੋਕ ਤੁਹਾਨੂੰ ਮੁੜ ਤੋਂ ਸੱਤਾ ਵਿੱਚ ਲਿਆਉਣ ਦੇ ਲਈ ਕਾਹਲੇ ਪੈਣਗੇ। ਨਹੀਂ ਤਾਂ ਜੋ ਹਸ਼ਰ ਪਿਛਲੀ ਸਰਕਾਰ ਦਾ ਹੋਇਆ, ਜੇ ਉਹਨਾਂ ਨੂੰ 80 ਸੀਟਾਂ ਤੋਂ ਸੀਮਤ ਕਰ ਦਿੱਤਾ, ਤਾਂ ਇਹ 90-92 ਸੀਟਾਂ ਵੀ ਲੋਕਾਂ ਦੇ ਲਈ ਕੁਝ ਵੀ ਨਹੀਂ ਹੋਣਗੀਆਂ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਨਵੀਂ ਇਤਿਹਾਸ ਦਿਓ। ਧੰਨਵਾਦ।